ਸਤਿ ਸ਼੍ਰੀ ਅਕਾਲ ਜੀ। ਮੈਂ ਹਾਂ ਗੁਰਜਤਿੰਦਰ ਸਿੰਘ ਰੰਧਾਵਾ। ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਦੋਸਤੋ, ਬਹੁਤ ਸਾਰੇ ਸਿੰਗਰ ਇਸ ਖੇਤਰ ਵਿੱਚ ਆਏ ਆ, ਆਪੋ ਆਪਣਾ ਨਾਮ ਨਾ ਖੱਟਿਆ, ਪਰ ਇੱਕ ਅਜਿਹੀ ਸ਼ਖਸੀਅਤ ਹੈ, ਅਜਿਹਾ ਕਲਾਕਾਰ ਆ ਜਿਹੜਾ ਕਿ ਇੱਕ ਉਸਤਾਦ ਗਾਇਕ ਬਣ ਕੇ ਸਾਡੀ ਸੁਸਾਇਟੀ ਵਿੱਚ, ਸਾਡੇ ਸਮਾਜ ਵਿੱਚ ਉੱਭਰਿਆ। ਮੇਰੇ ਭਰਾ ਦਾ ਜਨਾਬ ਸੁਰਿੰਦਰ ਛਿੰਦਾ ਤੋਂ। ਸੁਰਿੰਦਰ ਛਿੰਦਾ ਇਸ ਵੇਲੇ ਅਮਰੀਕਾ ਦੇ ਦੌਰੇ 'ਤੇ ਆ। ਪੰਜਾਬ ਮੇਲ ਸਟੂਡੀਓ ਵਿਸ਼ੇਸ਼ ਤੌਰ 'ਤੇ ਪਹੁੰਚੇ ਆ। ਅੱਜ ਉਹਨਾਂ ਨਾਲ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਕਰਾਂਗੇ। ਸ਼ਾਇਦ ਹੋ ਸਕਦਾ ਤੁਸੀਂ ਕਦੇ ਇਤਿਹਾਸ 'ਚ ਵੀ ਨਾ ਪੜ੍ਹਿਆ ਹੋਵੇ ਜਾਂ ਤੁਸੀਂ ਕਦੇ ਸੁਣਿਆ ਵੀ ਨਾ ਹੋਵੇ, ਅਤੇ ਇਹ ਜਿਹੜੀਆਂ ਗੱਲਾਂ ਬਾਤਾਂ ਉਹ ਇੱਕ ਉਸਤਾਦ ਗਾਇਕ ਹੀ ਤੁਹਾਨੂੰ ਦੱਸ ਸਕਦਾ ਕਿ ਉਹਨਾਂ ਦੀਆਂ ਜਿਹੜੀਆਂ ਬਚਪਨ ਦੀਆਂ ਜਿਹੜੀਆਂ ਗਤੀਵਿਧੀਆਂ ਸੀ, ਜਿਹੜੀ ਬਚਪਨ 'ਚ ਉਹਨਾਂ ਨੇ ਜੋ ਆਪਣੇ ਸੀਨੀਅਰਸ ਨੂੰ ਦੇਖਿਆ ਸੀ, ਉਹਦੇ ਬਾਰੇ ਜਿਹੜੇ ਤਜਰਬੇ ਰੱਖਦੇ ਹੋਣਗੇ, ਉਹ ਅੱਜ ਆਪਾਂ ਜਨਾਬ ਸੁਰਿੰਦਰ ਛਿੰਦਾ ਹੋਰਾਂ ਦੀ ਜ਼ੁਬਾਨੀ ਸੁਣਾਂਗੇ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ ਸਟੂਡੀਓ ਵਿੱਚ। ਸੋ ਮੈਂ ਸੁਰਿੰਦਰ ਛਿੰਦਾ ਜੀ। ਸੋ ਬੜੇ ਮਾਣ ਮਤੇ ਵਾਲੀ ਗੱਲ ਹੈ ਕਿ ਅੱਜ ਮੈਂ ਪੰਜਾਬ ਮੇਲ USA TV ਜਿਹੜਾ ਬਹੁਤ ਚਰਚਾ 'ਚ, ਸੋ ਉਹਨਾਂ ਨੂੰ ਸਟੀਅਰਿੰਗ ਕਰਨ ਵਾਲੇ ਮੇਰੇ ਬਹੁਤ ਹੀ ਅਜ਼ੀਜ਼ ਔਰ ਇਸ ਵੇਲੇ ਹਰਦਲ ਅਜ਼ੀਜ਼ ਜਨਾਬ ਗੁਰਜਤਿੰਦਰ ਸਾਹਿਬ ਰੰਧਾਵਾ। ਸੋ ਉਹਨਾਂ ਦੇ ਕਹੇ 'ਤੇ ਮੈਂ ਆਪ ਜੀ ਦੇ रूबरू ਹੋਇਆ। सत श्री अकाल, आदाब, नमस्कार कबूल करो और सानू बख्शी हुई गुरुआं दी फतेह। वाहिगुरू जी का खालसा, वाहिगुरू जी की फतेह। ਛਿੰਦਾ ਸਾਹਿਬ, ਜਿਵੇਂ ਕਿ ਮੈਂ ਸ਼ੁਰੂਆਤ ਕੀਤੀ ਸੀ ਕਿ ਸਾਡੇ ਉਸਤਾਦ ਗਾਇਕ ਜਿਹੜੇ ਅੱਜ ਕੱਲ੍ਹ ਦੇ ਜ਼ਮਾਨੇ 'ਚ ਮੰਨੇ ਜਾਂਦੇ ਆ, ਕਿਉਂਕਿ ਤੁਸੀਂ ਆਲਮੋਸਟ ਸੀਨੀਅਰ ਮੋਸਟ ਹੋ, ਹੋਰ ਵੀ ਹੋਣਗੇ, ਪਰ ਕਈ ਲੋਕ, ਕਈ ਸਿੰਗਰ ਜਿਹੜੇ ਆ ਖਾਸ ਕਰਕੇ ਪੰਜਾਬੀ ਗਾਇਕੀ 'ਚ ਅਜਿਹੇ ਆ ਜਿਨ੍ਹਾਂ ਨੂੰ ਸੁਰ ਤਾਲ ਦਾ ਗਿਆਨ ਆ। ਤੁਸੀਂ ਲੰਬੇ ਸਮੇਂ ਤੋਂ, ਮੇਰੇ ਖਿਆਲ 4 ਦਹਾਕੇ ਤੋਂ ਤੁਸੀਂ ਪੰਜਾਬੀ ਗਾਇਕੀ 'ਚ ਰਾਜ ਕਰ ਰਹੇ ਹੋ। ਤੁਹਾਨੂੰ ਸੁਰ ਤਾਲ ਦਾ ਗਿਆਨ ਆ, ਇੰਨਾ ਚਿਰ ਤਾਂ ਕੱਢ ਗਏ। ਬਹੁਤ ਸਾਰੇ ਗਾਇਕ ਅਜਿਹੇ ਵੀ ਹੁੰਦੇ ਆ ਜਿਹੜੇ ਕਿ ਤੁਸੀਂ ਤਾਂ 4 ਦਹਾਕੇ ਕੱਢੇ, ਉਹ 4 ਦਿਨ ਤੋਂ ਬਾਅਦ ਹੀ ਲੋਕ ਭੁੱਲ ਜਾਂਦੇ ਆ ਵੀ ਉਹਦਾ ਪਿਛਲਾ ਗਾਣਾ ਯਾਰ ਕਿਹੜਾ ਆਇਆ ਸੀ, ਇੱਕ ਗਾਣਾ ਫਲਾਣੇ ਸਿੰਗਰ ਨੇ ਕੱਢਿਆ ਯਾਰ ਭੁੱਲ ਗਿਆ, ਸੁਣਿਆ ਤਾਂ ਸੀਗਾ ਪਤਾ ਨਹੀਂ ਕੀ ਆ। ਤੁਹਾਡੇ ਪੁਰਾਣੇ ਗਾਣੇ ਵੀ ਜਿਹੜੇ ਅੱਜ ਦੇ ਜ਼ਮਾਨੇ 'ਚ ਜਿਹੜੇ ਆ ਉਹ ਸੁਣੇ ਜਾਂਦੇ ਆ। ਜਿਉਣਾ ਮੋੜ ਹੋਇਆ ਜਾਂ ਹੋਰ ਪੁੱਤ ਜੱਟਾਂ ਦੇ ਹੋਏ, ਬੜੇ ਗੀਤ ਜਿਹੜੇ ਆ ਉਹ ਮਕਬੂਲ ਹੋਏ ਸੀ, ਅੱਜ ਵੀ ਲੋਕਾਂ ਦੀ ਜ਼ੁਬਾਨ 'ਚ ਚੜ੍ਹੇ ਹੋਏ ਆ, DJ 'ਚ ਵੱਜਦੇ ਆ। ਤੁਹਾਡੇ ਸਟੇਜ 'ਤੇ ਜਦੋਂ ਤੁਸੀਂ ਪਰਫੋਰਮੈਂਸ ਕਰਦੇ ਹੋ ਉਦੋਂ ਉਸ ਸਟੇਜ ਅੱਗੇ ਵੀ ਨੱਚਦੇ ਆ। ਕੀ ਰਾਜ ਆ? ਸੋ ਇਹ ਰਾਜ ਤਾਂ ਸਰੋਤਿਆਂ ਦੀ ਮੁਹੱਬਤ ਹੈ ਜੀ। ਜਿਸ ਫਨਕਾਰ ਦੇ, ਕਲਾਕਾਰ ਦੇ ਚਹੇਤੇ ਜ਼ਿਆਦਾ ਨੇ, ਜਿਸ ਨੂੰ ਮੁਹੱਬਤ ਮਿਲਦੀ ਹੈ, ਸੰਗੀਤਕ ਮੁਹੱਬਤ ਮਿਲਦੀ ਹੈ, ਸੰਗੀਤਕ ਅਸੀਸ ਮਿਲਦੀ ਹੈ, ਉਹ ਕਲਾਕਾਰ ਲੰਮੀ ਪਾਰੀ ਖੇਡਦਾ। ਸੋ ਸ਼ਾਇਦ ਤੁਹਾਡੀ ਨਜ਼ਰ 'ਚ ਉਹਨਾਂ 'ਚੋਂ ਮੈਂ ਵੀ ਇੱਕ ਹੈ। ਸੋ ਜਾਂ ਇਸ ਤੋਂ ਵੱਡੀ ਗੱਲ ਕਿ ਉਨ ਹੀ ਕੀ ਕਿਰਪਾ ਸੇ ਸਜੇ ਹਮ ਹੈ, ਵਾਹ, ਨਹੀਂ ਮੋਸੋ ਗਰੀਬ ਕਰੋੜ ਪੜੇ। ਸੋ ਮੈਂ ਕੋਟ ਧੰਨਵਾਦੀ ਹਾਂ ਕਿ ਤਕਰੀਬਨ 50-55 ਸਾਲ ਹੋ ਗਏ। ਸੋ ਮੈਂ ਸਰੋਤਿਆਂ ਦੇ ਰੂਬਰੂ ਰਿਹਾ, 5ਵੀਂ ਜਮਾਤ ਤੋਂ ਲੈ ਕੇ। ਸੋ ਉਮਰ ਦੇ ਹਿਸਾਬ ਨਾਲ 4-5 ਸਾਲ ਤੋਂ ਸਟੇਜਾਂ ਸ਼ੁਰੂ ਹੋ ਗਈਆਂ। ਜੀ। ਸੋ ਉਹ ਦੌਰ ਤੋਂ ਅੱਜ ਤੱਕ ਸਰੋਤਿਆਂ ਦਾ ਪਿਆਰ ਵੱਧਦਾ ਹੀ ਗਿਆ। ਲੇਕਿਨ ਅੱਜ ਆਪਾਂ ਜੋ ਆਪਣੀ ਇੱਕ ਮੀਟਿੰਗ ਹੋਈ ਹੈ, ਅੱਜ ਆਪਣੇ ਬਾਰੇ ਬਹੁਤ ਘੱਟ ਗੱਲਾਂ ਕਰਨੀਆਂ। ਅੱਜ ਮੈਂ ਸਰੋਤਿਆਂ ਨੂੰ ਉਹ ਗੱਲ ਦੱਸਣੀ ਚਾਹੁੰਦਾ ਕਿ ਸਾਡੇ ਪ੍ਰਾਚੀਨ ਫੋਕ ਗਾਇਕੀ ਦੇ ਸ਼ਾਹਸਵਾਰ, ਇਹ ਕਦੇ ਇਹ ਵਿਸ਼ੇ 'ਤੇ ਕਿਸੇ ਨੇ ਟਾਕ ਹੀ ਨਹੀਂ ਕੀਤੀ। ਸੋ ਤੁਹਾਡਾ ਅੱਛਾ ਮਾਹੌਲ ਦੇਖ ਕੇ ਅਤੇ ਸਟੂਡੀਓ ਦਾ, ਤੁਹਾਡਾ ਘਰ ਮੈਨੂੰ ਐਂ ਲੱਗ ਰਿਹਾ ਜਿਵੇਂ RK ਸਟੂਡੀਓ ਹੀ ਹੁੰਦਾ। ਇੱਥੇ ਆ ਕੇ ਮੂਡ ਬਣਿਆ ਮੇਰਾ ਜੀ ਕਿ ਅੱਜ ਆਪਾਂ ਉਹ ਗੱਲ ਕਰੀਏ ਜਿਨ੍ਹਾਂ ਨੇ ਫੋਕ ਗਾਇਕੀ ਦੇ ਮਹਿਲ ਉਸਾਰੇ ਨੇ। ਬਿਲਕੁਲ, ਕਿਉਂਕਿ ਆਪਾਂ ਮੀਟਿੰਗ ਤੋਂ ਪਹਿਲਾਂ, ਇਸ ਇੰਟਰਵਿਊ ਤੋਂ ਪਹਿਲਾਂ ਆਪਾਂ ਇਹ ਸਲਾਹ ਕੀਤੀ ਸੀ, ਕਿਉਂਕਿ ਟੌਪਿਕ ਬਹੁਤ ਆ। ਜੇ ਅੱਜ ਤੁਹਾਡੇ ਜੀਵਨ ਬਾਰੇ ਗੱਲ ਕਰਦੇ ਉਹ ਵੀ ਕੋਈ ਚੰਗਾ ਜਿਹਾ ਨਹੀਂ ਲੱਗਣਾ ਸੀ, ਕਿਉਂਕਿ ਮੇਰਾ ਖਿਆਲ ਸ਼ਾਇਦ ਹੀ ਸਾਡੇ ਸਰੋਤਿਆਂ 'ਚ ਕੋਈ ਹੋਊਗਾ ਜਿਹਨੂੰ ਸੁਰਿੰਦਰ ਛਿੰਦੇ ਬਾਰੇ, ਉਸ ਦੀ ਬੈਕਗਰਾਊਂਡ ਬਾਰੇ ਪਤਾ ਨਾ ਹੋਵੇ। ਅੱਜ ਗੱਲਾਂ ਛਿੰਦਾ ਬਾਈ ਜੀ ਉਹ ਕਰਨੀਆਂ ਜਿਹੜੀਆਂ ਕਿ ਆਮ ਲੋਕਾਂ ਨੂੰ ਹਾਲੇ ਤੱਕ ਉਹਨਾਂ ਕੋਲ ਪਹੁੰਚੀਆਂ ਨਹੀਂ। ਅਤੇ ਮੇਰੀ ਸਲਾਹ ਇਹ ਆ ਵੀ ਇਹੋ ਜਿਹਾ ਟੌਪਿਕ ਜਿਹੜਾ ਉਹ ਲਿਆ ਜਾਵੇ ਜਿਹੜਾ ਕਿ ਅੱਜ ਤੱਕ ਕਦੇ ਨਸ਼ਰ ਨਹੀਂ ਹੋਇਆ। ਸੋ ਮੈਂ ਸ਼ੁਰੂ ਉੱਥੋਂ ਕਰਦਾ। ਮੈਂ ਤੁਹਾਨੂੰ ਉਸ ਸ਼ੁਰੂ ਕਰਨ ਤੋਂ ਪਹਿਲਾਂ ਮੇਰਾ ਇੱਕ ਸਵਾਲ ਆ। ਮੇਰਾ ਸਵਾਲ ਇਹ ਆ, ਜਦੋਂ ਤੁਸੀਂ ਹੁਣੇ ਦੱਸਿਆ ਕਿ ਮੈਂ 5ਵੀਂ ਕਲਾਸ 'ਚ ਪੜ੍ਹਦਾ ਗਾਇਕੀ ਸ਼ੁਰੂ ਕੀਤੀ ਸੀ, ਕੀ ਉਦੋਂ ਸਿੰਗਰ ਇੰਨੇ ਮਕਬੂਲ ਹੁੰਦੇ ਸੀ, ਪੰਜਾਬੀ ਗਾਇਕ ਇੰਨੇ ਮਕਬੂਲ ਸੀ ਕਿ ਤੁਸੀਂ ਉਹਨਾਂ ਨੂੰ ਕਦੇ ਸੁਣਿਆ ਸੀ? ਹਾਂਜੀ, ਕਿਉਂ ਨਹੀਂ ਸੁਣਿਆ ਸੀ।
ਬਹੁਤ ਗਿਣਤੀ ਦੇ ਸਿੰਗਰ ਹੁੰਦੇ ਸੀ ਜੀ ਜੀ ਜਿਨ੍ਹਾਂ ਦਾ ਅੱਜ ਜ਼ਿਕਰ ਵੀ ਹੋਣਾ। ਜੀ ਤੁਸੀਂ ਜਦੋਂ 5ਵੀਂ ਕਲਾਸ 'ਚ ਕਿਹੜਾ ਸਿੰਗਰ ਉਦੋਂ ਉਸ ਟਾਈਮ 'ਚ ਮਕਬੂਲ ਸੀ ਜ਼ਿਆਦਾ? ਜੋ ਮੈਂ ਉਸ ਦਿਨਾਂ ਦੇ ਵਿੱਚ ਸਾਡੇ, ਕਿਉਂਕਿ ਪਿੰਡੋਂ ਸਾਡੇ ਬਜ਼ੁਰਗ ਲੁਧਿਆਣੇ ਆ ਗਏ ਸੀ ਏਆਲੀ ਤੋਂ, ਅੱਛਾ ਜੀ। ਨਿੰਮ ਵਾਲੇ ਚੌਂਕ 'ਚ ਘਰ ਸੀ, ਜੀ ਜੀ ਤੇ ਸਾਡੇ ਦਾਦਾ ਜੀ ਮਿਸਤਰੀ ਦੇਵਾ ਰਾਮ, ਜੀ ਜੀ ਉਹ ਕਿਸੇ ਵੇਲੇ ਉਹ ਏਆਲੀ ਤੋਂ ਤੁਰ ਕੇ ਆਉਂਦੇ ਸੀ। ਫਿਰ ਉਹਨਾਂ ਨੇ ਕਿਰਾਏ ਤੇ ਪਹਿਲਾ ਮਕਾਨ ਲਿਆ ਨਿੰਮ ਵਾਲੇ ਚੌਂਕ 'ਚ। ਜੀ ਸਾਡੇ ਸਾਰੇ ਮਿਸਤਰੀ ਪਰਿਵਾਰ ਉੱਥੇ ਰਹਿੰਦੇ ਸੀ। ਜੀ ਜੀ ਫਿਰ ਉਹ ਮਕਾਨ ਉਹਨਾਂ ਨੇ 250 ਰੁਪਈਏ ਦੀ ਰਜਿਸਟਰੀ ਕਰਾਈ। ਉਹ ਮੇਰੇ ਕੋਲ ਉਰਦੂ ਦੀ ਕਾਪੀ ਅੱਜ ਵੀ ਪਈ। ਅੱਛਾ ਜੀ, 250 ਰੁਪਏ ਦਾ ਮਕਾਨ ਲਿਆ। ਇਹ ਵੀ ਇਤਿਹਾਸ ਹੈ। ਤੇ ਉਹਨਾਂ ਤੋਂ ਬਾਅਦ ਫਿਰ ਮੇਰੇ ਫਾਦਰ ਉਹ ਵੀ ਉੱਥੇ ਰਹੇ, ਸਾਡਾ ਵੀ ਜਨਮ ਹੋਇਆ। ਸੋ ਗੱਲ ਫਿਰ ਉੱਥੇ ਆ ਜਾਂਦੀ ਹੈ, ਫਿਰ ਇੰਟਰਵਿਊ ਇਹ ਮੇਰੀ ਬਣ ਜਾਣੀ ਹੈ। ਨਹੀਂ ਇਹ ਗੱਲਾਂ ਵੀ ਇੱਕ ਇਤਿਹਾਸਕ ਗੱਲਾਂ, ਤੇ ਬਹੁਤ ਸਾਰੇ ਤੁਸੀਂ ਆਪਣੇ ਜਨਮ ਬਾਰੇ, ਆਪਣੇ ਗਾਇਕੀ ਬਾਰੇ ਦੱਸਿਆ, ਪਰ ਇਹ ਗੱਲਾਂ ਤਾਂ ਕਦੇ ਮੇਰਾ ਖਿਆਲ ਮੈਨੂੰ ਨਹੀਂ ਸੁਣਨ 'ਚ ਮਿਲੀਆਂ। ਉਹੀ ਗੱਲ ਜਿਹੜੀ ਤੁਸੀਂ ਪਹਿਲੀ ਵਾਰੀ ਕਿਹਨੂੰ ਮੈਂ ਦੇਖਿਆ, ਜੀ ਜੀ 5ਵੀਂ ਜਮਾਤ ਤੋਂ ਬਾਅਦ ਜਦੋਂ ਆਮ ਸ਼ਹਿਰਾਂ 'ਚ ਰਾਮਲੀਲਾ ਲੱਗਦੀਆਂ ਸੀ। ਸੋ ਮੈਂ ਸਵਾਨੀ ਬਿਲਡਿੰਗ ਲੁਧਿਆਣੇ, ਸਾਡੇ ਉੱਥੇ ਇੱਕ ਦੀਨੇ ਦਾ ਅਖਾੜਾ ਹੁੰਦਾ ਸੀ, ਭਲਵਾਨ ਘੁਲਦੇ ਹੁੰਦੇ ਸੀ, ਅੱਛਾ ਜੀ, ਤੇ ਰਾਤ ਨੂੰ ਉੱਥੇ ਰਾਮਲੀਲਾ ਹੁੰਦੀ ਸੀ। ਓਕੇ। ਸੋ ਮੈਂ ਪਹਿਲੀ ਵਾਰੀ ਸੁਣਨ ਵਾਸਤੇ ਜਦੋਂ ਗਿਆ, ਉਹ ਫਨਕਾਰ ਸੀ ਮੇਰੇ ਸਾਹਮਣੇ ਜਿਹਨੇ ਗਾਇਆ ਦਸਮੇਸ਼ ਪੁੱਤਰਾਂ ਦੇ ਦਾਨੀਆਂ ਧੰਨ ਤੇਰੀਆਂ ਕੁਰਬਾਨੀਆਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਸਮਰਪਿਤ ਉਸ ਗਾਇਕ ਦਾ ਮੈਂ ਨਾਮ ਲੈਣਾ, ਉਸਤਾਦ ਚਾਂਦੀ ਰਾਮ ਚਾਂਦੀ। ਵਾਹ ਜੀ ਵਾਹ, ਹੈ ਜੀ, ਬੜਾ ਨਾਂ ਸੀ ਜੀ ਉਹਨਾਂ ਦਾ। ਕਿਆ ਬਾਤ ਹੈ ਕਿ ਐਸਾ ਸੁਰੀਲਾ ਗਾਇਕ ਉਸ ਵੇਲੇ ਮੈਨੂੰ ਪਹਿਲੀ ਵਾਰੀ ਜਦੋਂ ਸੁਣਿਆ ਜੀ, ਸੋ ਮੈਨੂੰ ਇੰਨਾ ਕੁ ਪਤਾ ਕਿ ਰੁਪਈਆ ਤਾਂ ਬਹੁਤ ਵੱਡੀ ਚੀਜ਼ ਹੁੰਦੀ ਸੀ। ਘਰੋਂ ਮਿਲਿਆ 1 ਰੁਪਈਆ ਹੀ ਸੀ, ਤੇ ਚੁਆਨੀ ਅੰਦਰ ਦੇ ਕੇ ਚੁਆਨੀ ਦੀ ਮੂੰਗਫਲੀ ਖਾਣੀ ਸੀ ਉਹ ਤੇ ਰਾਤ ਨੂੰ। ਜੀ ਜੀ ਜੀ, ਤੇ 8 ਆਨੇ ਬਚੇ ਸੀ ਜਦੋਂ ਉਹਨੇ ਗਾਇਆ ਨਾ, ਦਸਮੇਸ਼ ਪੁੱਤਰਾਂ ਦਿਆ ਦਾਨੀਆਂ ਧੰਨ ਤੇਰੀਆਂ ਕੁਰਬਾਨੀਆਂ, ਧੰਨ ਤੇਰੀਆਂ ਕੁਰਬਾਨੀਆਂ। ਉਹਦੀ ਆਵਾਜ਼ ਔਰ ਗਲੇ 'ਚ ਫਿਰਤ ਦੇਖ ਕੇ ਮੈਂ ਲੋਕਾਂ 'ਚ ਉੱਠ ਕੇ ਜਾ ਕੇ ਉਹਦੇ ਪੈਰੀ ਹੱਥ ਲਾਇਆ। ਜੀ ਜੀ ਜੀ, ਸੋ ਉਹਨੇ ਐ ਮੈਨੂੰ ਚੱਕਿਆ ਤੇ ਮੈਂ ਉਹਨੂੰ ਐਂ ਕਰਕੇ 8 ਆਨੇ ਦਿੱਤੇ। ਵਾਹ। ਤੇ ਉਹ ਕਹਿੰਦੇ, ਮੈਂ ਕਿਹਾ ਜੀ ਇਹ ਆਹੀ ਹੈ ਮੇਰੇ ਕੋਲ, ਮੈਂ ਤੁਹਾਨੂੰ ਇਸ ਕਰਕੇ ਦੇ ਰਿਹਾ ਕਿ ਤੁਸੀਂ ਸੁਰੀਲਾ ਗਾਉਂਦੇ ਹੋ ਤੇ ਤੁਸੀਂ ਦਸਮੇਸ਼ ਪਿਤਾ ਨੂੰ ਕਿੰਨੇ ਸਤਿਕਾਰ ਦੇ ਨਾਲ ਗਾਇਆ। ਜੀ ਜੀ ਜੀ, ਸੋ ਚਾਂਦੀ ਰਾਮ ਚਾਂਦੀ, ਫਿਰ ਜਿਨ੍ਹਾਂ ਦਾ ਗਾਣਾ ਕਿੰਨਾ ਡਿਊਟ ਮਸ਼ਹੂਰ ਹੋਇਆ, ਲੈ ਜਾ ਛੱਲੀਆਂ ਬਣਾ ਲਈ ਦਾਣੇ ਮਿੱਤਰਾ ਦੂਰ ਦੇ, ਵਰਲਡ ਦੇ ਵਿੱਚ ਚੱਲਿਆ। ਤੇ ਦੇਖ ਲਓ ਉਸ ਰਿਕਾਰਡ ਦੇ ਵਿੱਚ ਇੱਕ ਤੂੰਬੀ ਤੇ ਰਿਕਾਰਡ ਸੀ, ਕੱਲਾ ਹੀ ਤੂੰਬੀ ਤੇ ਕੱਲੀ ਢੋਲਕ, ਤੇ ਉਹ ਸਾਜ਼ ਨਹੀਂ ਹੋਰ ਕਿੰਨਾ ਵੱਜਿਆ। ਉਸ ਤੋਂ ਬਾਅਦ ਚਾਂਦੀ ਰਾਮ ਚਾਂਦੀ, ਉਹ ਗੀਤ ਤੁਹਾਨੂੰ ਜ਼ਬਾਨੀ ਯਾਦ ਹੈਗਾ? ਹਾਂਜੀ, ਉਹ ਬਸ ਮੈਨੂੰ ਥੋੜਾ ਹੀ ਯਾਦ ਹੈ। ਲੈ ਜਾ ਛੱਲੀਆਂ ਬਣਾ ਲਈ ਦਾਣੇ ਮਿੱਤਰਾ ਦੂਰ ਦਿਆ, ਲੈ ਜਾ ਛੱਲੀਆਂ ਬਣਾ ਲਈ ਦਾਣੇ ਮਿੱਤਰਾ ਦੂਰ ਦਿਆ। ਇਹ ਉਹਨਾਂ ਦੇ ਨਾਲ ਗਾਇਆ ਸੀ ਸ਼ਾਂਤੀ ਸ਼ਰਮਾ ਨੇ। ਜੀ ਜੀ, ਜਿਹੜੀ ਉਹਨਾਂ ਦੀ ਸਿੰਗਰ ਸੀ, ਕੋ ਗਾਇਕਾ ਸੀਗੀ। ਤੇ ਫਿਰ ਉਹਨਾਂ ਨੇ ਮੈਂ ਉਹਨਾਂ ਦੀ ਗਾਇਕੀ ਦਾ ਬਹੁਤ ਜ਼ਿਆਦਾ ਆਸ਼ਿਕ ਰਿਹਾ। ਜੀ ਜੀ, ਕਿ ਇੰਨੇ ਜ਼ਿੰਦਗੀ ਦੇ ਉਤਾਰ ਚੜਾਵ ਉਸ ਫਨਕਾਰ ਨੇ ਦੇਖੇ। ਉਸ ਟਾਈਮ 'ਚ ਜਦੋਂ ਚਾਂਦੀ ਰਾਮ ਹੋਣਾ ਦਾ ਯੁੱਗ ਸੀ, ਤੇ ਹੋਰ ਵੀ ਕੋਈ ਸਿੰਗਰ ਉਹਨਾਂ ਦਿਨਾਂ 'ਚ ਮਕਬੂਲ ਹੋਏ ਸੀ? ਉਹਨਾਂ ਦਿਨਾਂ ਦੇ ਵਿੱਚ ਇੱਕ ਸਿੰਗਰ ਸੀ ਸ਼ੌਕੀਨ ਜੱਟ। ਜੀ ਜੀ, ਹੈ ਜੀ, ਸ਼ੌਕੀਨ ਜੱਟ ਵੀ ਤੁਰਲੇ ਵਾਲੀ ਪੱਗ ਬੰਨ੍ਹਦੇ ਸੀ। ਉਹ ਤੁਰਲੇ ਵਾਲੀ ਪੱਗ ਬੰਨ੍ਹਦੇ ਸੀ। ਉਹ ਫੀਲਡਗੰਜ ਦੇ ਇੱਕ ਸਾਈਡ ਜੀ ਤੇ ਰਹਿੰਦੇ ਹੁੰਦੇ ਸੀਗੇ, ਤੇ ਮੈਂ ਵੇਲੇ ਕਈ ਵਾਰੀ ਉਹਨਾਂ ਦੇ ਦਫ਼ਤਰ ਚਲੇ ਜਾਣੇ, ਕੱਪੜੇ ਸਿਉਂਦੇ ਸੀ। ਅੱਛਾ, ਕੱਪੜੇ ਸਿਉਣ ਦਾ ਵੀ ਕੰਮ ਕਰਦੇ ਸੀ, ਨਾਲ ਗਾਉਂਦੇ ਸੀ। ਪਰ ਜੋ ਇੱਕ ਹੋਰ ਉਸ ਵੇਲੇ ਦੇ ਸਿੰਗਰ ਸੀਗੇ ਚਾਂਦੀ ਰਾਮ ਜੀ ਦੇ ਵੇਲੇ ਦੇ, ਜੀ ਜੀ, ਉਹ ਸੀਗੇ ਉਸਤਾਦ ਲਾਲ ਚੰਦ ਯਮਲਾ ਸ਼ਾਹ। ਕਿਆ ਬਾਤ, ਕਿਆ ਬਾਤ ਹੈ ਜੀ। ਅੱਛਾ, ਮੈਨੂੰ ਇੱਥੇ ਮੈਂ ਇੱਕ ਗੱਲ ਕਰਾਂ
ਇਹ ਤੋਂ ਪਹਿਲਾਂ ਕਿ ਤੁਸੀਂ ਉਹਨਾਂ ਦੇ ਬਾਰੇ ਬੈਕਗਰਾਉਂਡ ਦੱਸੋ, ਕਿਸੇ ਹੁਣ ਅੱਜ ਕੱਲ੍ਹ ਜਿਹੜਾ ਮੰਨਿਆ ਜਾਂਦਾ ਕਿ ਜਿਹੜਾ ਲੁਧਿਆਣਾ ਉਹ ਰਾਜਧਾਨੀ ਆ ਸਿੰਗਰਾਂ ਦੀ, ਪਰ ਜਿਹੜੇ ਸਾਨੂੰ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਉਹ ਉਹਨਾਂ ਦਿਨਾਂ 'ਚ ਵੀ ਉਦੋਂ ਜਿਹੜੇ ਸਾਰੇ ਸਿੰਗਰ ਲੁਧਿਆਣੇ ਨਾਲ ਹੀ ਰਿਲੇਟਡ ਸੀ, ਚਾਹੇ ਉਹ ਚਾਂਦੀ ਰਾਮ ਸੀ, ਚਾਹੇ ਉਸਤਾਦ ਜਮਲਾ ਜੱਟ ਸੀ, ਭੈਣ ਜੀ ਨਰਿੰਦਰ ਬੀਬਾ ਜੀ, ਨਰਿੰਦਰ ਬੀਬਾ ਜੀ ਉਦੋਂ ਇੱਥੇ ਜਗਤ ਸਿੰਘ ਜੱਗਾ, ਜੱਗਾ ਸਾਰੇ ਲੁਧਿਆਣੇ ਤੋਂ ਬਿਲੋਂਗ ਕਰਦੇ ਸੀ। ਇਹ ਸ਼ੁਰੂ ਤੋਂ ਲੁਧਿਆਣੇ ਰਹਿੰਦੇ ਸੀਗੇ ਕਿਤੋਂ? ਇਹ ਪਾਕਿਸਤਾਨ ਤੋਂ ਜਦੋਂ ਆਏ ਆ, ਜਦੋਂ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਹੈ, ਜੀ ਜੀ, ਸੋ ਉਸਤਾਦ ਲਾਲ ਚੰਦ ਜਮਲਾ ਜੱਟ ਸਾਹਿਬ ਦਾ ਜ਼ਿਕਰ ਆਉਂਦਾ, ਉਹਨਾਂ ਨੂੰ ਪਹਿਲਾਂ ਤਾਂ ਪ੍ਰਣਾਮ ਹੈ ਕੋਟ-ਕੋਟ, ਜੀ ਜੀ, ਕਿ ਐਸਾ ਵੀ ਐਦਾ ਥੰਮ ਗਵਈਆ ਸੀ ਉਹ। ਤੇ ਕਿਉਂਕਿ ਜਦੋਂ ਪਿੰਡਾਂ ਦੇ ਵਿੱਚ ਤੜਕਾ ਹੋਣਾ, ਕਿਤੇ ਦੂਰ ਸਪੀਕਰ ਵੱਜਦਾ ਹੋਣਾ, ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ, ਰੀਜਾਂ ਲਾਲ ਪੈਂਦੀ ਦੁਨੀਆ ਸਾਰੀ ਏ, ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਏ, ਰੀਜਾਂ ਲਾਲ ਪੈਂਦੀ ਦੁਨੀਆ ਸਾਰੀ ਏ। ਸੋ ਆਹ ਗਾਣਾ ਜਦੋਂ ਵੀ ਸਪੀਕਰ ਵਾਲੇ ਨੇ ਪਹਿਲਾਂ ਇਹੀ ਲਾਉਂਦੇ ਸੀ, ਹੈ ਜੀ ਜੀ ਜੀ, ਤੇ ਜੇ ਫਿਰ ਉਹ ਦੂਜਾ ਲਾਉਂਦੇ ਸੀ, ਜੰਗਲ ਦੇ ਵਿੱਚ ਕੂਆ ਲਵਾ ਦੇ, ਉੱਤੇ ਪਵਾ ਦੇ ਡੋਲ, ਸਖੀਆ ਨਾਮ ਸਾਈਂ ਦਾ ਬੋਲ, ਜੰਗਲ ਦੇ ਵਿੱਚ ਕੂਆ ਲਵਾ ਦੇ, ਉੱਤੇ ਪਵਾ ਦੇ ਡੋਲ, ਸਖੀਆ ਨਾਮ ਸਾਈਂ ਦਾ ਬੋਲ, ਉਹ ਸਖੀਆ ਨਾਮ ਸਾਈਂ ਦਾ ਬੋਲ। ਸੋ ਤੇਰੇ ਨੀ ਕਰਾਰਾ ਮੈਨੂੰ ਪਟਿਆ, ਦੱਸ ਮੈਂ ਕੀ ਪਿਆਰ ਵਿੱਚ। ਵਾਹ, ਬਹੁਤ ਹਿੱਟ ਗੀਤ ਸੀਗਾ ਹੈ ਜੀ, ਵੀ ਉਹਦੇ ਪਤਾ ਨਹੀਂ ਕਿੰਨੇ ਰੀਮੇਕਸ। ਸੋ ਚਾਂਦੀ ਰਾਮ ਤੋਂ ਬਾਅਦ ਵੱਡਾ ਜੋ ਗਾਇਕ ਸੀ ਉਸ ਵੇਲੇ ਦਾ, ਜੀ ਜੀ ਜੀ, ਜਿਨ੍ਹਾਂ ਨੂੰ ਲੋਕ ਪੇਮੈਂਟ ਤਾਂ ਦਿੰਦੇ ਸੀ, ਉਸ ਵੇਲੇ ਦੀਆਂ ਗੱਲਾਂ ਨੇ। ਮੈਂ ਇੱਕ ਵਾਰੀ ਪੜ੍ਹਦੇ ਵੇਲੇ ਉਹਨਾਂ ਨਾਲ ਗਿਆ ਵੀ ਹਾਂ। ਉਦੋਂ ਕਿੰਨੀ ਕੁ ਪੇਮੈਂਟ ਹੁੰਦੀ ਸੀ ਸਿੰਗਰ ਦੀ? ਹੁਣ ਤਾਂ ਜਿਵੇਂ ਲੱਖਾਂ ਦੇ ਹਿਸਾਬ ਨਾਲ ਲੈਂਦੇ ਆ। ਤੇ ਉਦੋਂ ਮੈਂ ਤਾਂ ਇੰਨਾ ਕੁ ਦੇਖਿਆ ਵੀ ਪੇਮੈਂਟ ਤਾਂ ਮੈਨੂੰ ਇੰਨਾ ਕੁ ਪਤਾ ਸੀ ਵੀ 300 350 ਵਾਹ ਵਾਹ ਰੁਪਈਆ, ਤੇ ਇੱਕ ਖੁੱਲੀ ਸਾਈ ਤੇ ਜਾਂਦੇ ਹੁੰਦੇ ਸੀ ਵੀ ਜਿਹੜੇ ਉੱਤੋਂ ਬਣ ਗਏ ਉਹ ਸਾਰੇ ਸਾਡੇ ਆ। ਇੱਕ ਵੱਧੀ ਸਾਈ ਹੁੰਦੀ ਸੀ ਭਈ ਇੰਨੇ ਪੈਸੇ ਲੈਣੇ ਆ, ਤੁਸੀਂ ਆਪਣਾ ਬੰਦਾ ਬਿਠਾ ਲਓ। ਜੀ ਜੀ, ਉਹ ਮੂਹਰੇ ਬੰਦਾ ਝੋਲਾ ਲੈ ਕੇ ਬਹਿ ਜਾਂਦਾ ਸੀ, ਪੈਸੇ ਸਾਰੇ ਇਕੱਠੇ ਕਰੀ ਜਾਣੇ, ਤੇ ਜੇ 350 ਦੇਣਾ ਯਮਲਾ ਜੀ ਨੂੰ, ਆ ਯਮਲਾ ਜੀ ਤੁਹਾਡਾ, ਬਾਕੀ ਸਾਰੇ ਸਾਡੇ। ਤੇ ਯਮਲੇ ਨੇ ਕਹਿਣਾ, ਉਹ ਮੇਰੀ ਇੱਕ ਗੱਲ ਸੁਣ ਪੁੱਤਰ, ਤੇ ਵੇਖੋ ਯਮਲੇ ਨੂੰ ਵੀ 300 ਦੇ ਕੇ ਤੁਹਾਡੇ ਸ਼ਰਾਬ ਜੋਗੇ ਨਿਕਲਿਆ ਹੈ। ਤੇ ਉਹ ਕਹਿਣਾ ਵੀ ਦੇਖੋ ਯਮਲਾ ਸੱਦਿਆ ਸੀ, ਸ਼ਰਾਬ ਜੋਗੇ ਪੈਸੇ ਵੀ ਕੱਢਿਆ ਹੈ। ਜੀ ਜੀ, ਦੇਖੋ ਕਿੱਡੀਆਂ ਕੈਸੀਆਂ ਗੱਲਾਂ ਸੀ। ਜੀ ਬਿਲਕੁਲ। ਇਹ ਜਮਲਾ ਜੀ ਦਾ ਡੇਰਾ ਵੀ ਸੀ ਕੋਈ ਲੁਧਿਆਣੇ? ਕੋਈ ਯਮਲਾ ਜੱਟ ਜੀ ਦਾ ਡੇਰਾ ਹੈਗਾ, ਉਹਨਾਂ ਦੇ ਬੱਚੇ ਤੇ ਤਕਰੀਬਨ ਦੁਨੀਆ ਤੋਂ ਚੱਲ ਵਸੇ, ਲੇਕਿਨ ਉਹ ਡੇਰਾ ਹੈਗਾ। ਸਰਬਜੀਤ ਚਿਮਟੇ ਵਾਲੀ ਬੀਬੀ ਉਹ ਡੇਰਾ ਉਹਨਾਂ ਦਾ ਚਲਾ ਰਹੀ ਹੈ, ਹਰ ਸਾਲਾਨਾ ਮੇਲਾ ਵੀ ਕਰਦੀ ਹੈ। ਓਕੇ, ਹੈ ਜੀ। ਕਿੰਨੇ ਬੱਚੇ ਜਿਹੜੇ ਸੀਗੇ, ਜਿਹੜੇ ਸਿੰਗਰ ਇਹਨਾਂ ਦੇ ਬਣੇ ਸੀਗੇ ਜਮਲਾ ਜੀ ਦੇ ਗਾਂ? ਤਕਰੀਬਨ ਯਮਲਾ ਜੱਟ ਜੀ ਦੀ ਫੈਮਿਲੀ ਇੱਕ ਸੰਗੀਤਕ ਫੈਮਿਲੀ ਹੋਈ ਸੀ। ਕਈ ਉਹਨਾਂ ਦੇ ਬੇਟੇ ਗਾਉਂਦੇ ਸੀ, ਕੋਈ ਢੋਲਕ ਵੀ ਵਜਾਉਂਦਾ ਸੀ, ਕੋਈ ਬਾਜਾ। ਓਕੇ, ਤੇ ਗਾਉਂਦੇ ਸਾਰੇ ਸੀ, ਲੇਕਿਨ ਯਮਲਾ ਜੀ ਦਾ ਸੀ ਵੀ ਉਹ ਜੁਆਇੰਟ ਫੈਮਿਲੀ ਵਾਂਗੂ ਜੋੜ ਕੇ ਰੱਖਦੇ ਸੀ। ਹੈ ਜੀ। ਸੋ ਇੱਦਾਂ ਉਸ ਵੇਲੇ ਉਸਤਾਦ ਲਾਲ ਚੰਦ ਯਮਲਾ ਜੱਟ ਜੀ, ਇਹਨਾਂ ਨੂੰ ਕੋਟ ਪ੍ਰਣਾਮ ਹੀ ਕਰਦੇ ਆ। ਸੋ ਇੱਕ ਇਹਨਾਂ ਦੇ ਜਿਗਰੀ ਯਾਰ ਸੀ ਉਸ ਵੇਲੇ ਦੀ ਬਹੁਤ ਵੱਡੀ ਸ਼ਖਸੀਅਤ, ਚਮਖੀਆ ਦੀਵਾ, ਵਾਹ, ਉਸਤਾਦ ਜਸਵੰਤ ਸਿੰਘ ਪੰਵਰਾ। ਵਾਹ ਜੀ, ਤੁਹਾਡੇ ਉਸਤਾਦ ਜੀ। ਉਹ ਮੇਰੇ ਵੀ ਉਸਤਾਦ ਸੀ, ਉਹ ਪੂਰਨ ਉਸਤਾਦ ਹੋਏ ਨੇ। ਜੀ ਜੀ, ਕਿ ਜਿਨ੍ਹਾਂ ਨੂੰ ਕਲਾਸੀਕਲ, ਲਾਈਟ ਕਲਾਸੀਕਲ ਔਰ ਸੂਫੀ ਰੰਗ, ਗਜ਼ਲ ਗਾਇਕੀ, ਇਸ ਤੋਂ ਇਲਾਵਾ ਵੱਡੀ ਗੱਲ ਉਹਨਾਂ ਨੂੰ ਬਖਸ਼ਿਸ਼ ਸੀ ਕਿ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ, ਬੜੀ ਨੌਲੇਜ ਸੀ ਉਹਨਾਂ ਨੂੰ, ਪੂਰਾ ਕੰਠ ਸੀਗਾ ਇਹਨਾਂ ਨੂੰ। ਬਹੁਤ ਵਾਰੀ ਉਹਨਾਂ ਦਾ ਇਮਤਿਹਾਨ ਵੀ ਹੋਇਆ ਵੀ ਆਹ ਗੁਰਬਾਣੀ ਦੀ ਤੁਕ ਹੈ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹ ਤੋਂ ਅੱਗੇ ਕੀ ਹੈ, ਉਹ ਸਾਰਾ ਹੀ ਅੱਗੇ ਸ਼ਬਦ ਸੁਣਾ ਦਿੰਦੇ ਸੀ। ਉਹਨਾਂ ਦੀ ਆਵਾਜ਼ ਵੀ ਬੜੀ ਬੁਲੰਦ ਆਵਾਜ਼ ਸੀ, ਜਿਵੇਂ ਤੁਹਾਡੀ ਆਵਾਜ਼ ਬੜੀ ਬੁਲੰਦ ਆ, ਪਰ ਉਹ ਗਾਇਕੀ 'ਚ ਕਿਉਂ ਨਹੀਂ ਪਈ ਜ਼ਿਆਦਾ, ਕਿ ਸੰਗੀਤਕਾਰ ਰਹੇ? ਤੇ ਉਹ ਆਪ ਹੀ ਕਹਿੰਦੇ ਸੀ, ਕਹਿੰਦੇ ਮੈਂ ਮਿਊਜ਼ਿਕ ਡਾਇਰੈਕਟਰ ਹਾਂ, ਕਿਉਂਕਿ ਉਹਨਾਂ ਨੇ ਉਸਤਾਦ ਭੰਵਰਾ ਸਾਹਿਬ ਜੀ ਨੇ ਇੰਨੇ ਸ਼ਾਗਿਰਦ ਪੈਦਾ ਕੀਤੇ, ਇੰਨੀਆਂ ਤਰਜ਼ਾਂ ਦਿੱਤੀਆਂ। ਹੈ ਜੀ। ਖਰਬੂਜੇ ਵਰਗੀ ਜੱਟੀ ਖਾ ਲਈ ਵੇ ਕਾਲੇ ਨਾਗ ਨੇ,
ਜੀ ਮੁਹੰਮਦ ਸਦੀਕ ਸਾਹਿਬ ਤੇ ਰਾਜਨ ਜੀ ਜੀ ਤੇ ਗੜਬਾ ਲੈ ਦੇ ਚਾਂਦੀ ਦਾ ਲੱਕ ਹਿੱਲੇ ਮਜਾਜਣ ਜਾਂਦੀ ਦਾ ਹੈ ਜੀ। ਹਾਂਜੀ ਤੇ ਮੇਰਾ ਲੌਂਗ ਗੁਆਚਾ ਨਿਗਾਹ ਮਾਰਦਾ ਆਈ ਵੀ ਕਿ ਵਰਲਡ ਦੇ ਵਿੱਚ ਜੇ ਇੱਧਰ ਪੰਜਾਬ 'ਚ ਵੀ ਗਾਇਆ ਤੇ ਪਾਕਿਸਤਾਨ ਨਾਲ ਉਹਨਾਂ ਨੇ ਵੀ ਗਾਇਆ। ਓਕੇ। ਸੋ ਇਸ ਤੋਂ ਇਲਾਵਾ ਜੇ ਉਹਨਾਂ ਦੀ ਸ਼ਾਗਿਰਦਾਂ ਦੀ ਲਿਸਟ ਕਰੀਏ ਤਾਂ ਬਹੁਤ ਲੰਮੀ ਲਿਸਟ ਹੈ। ਤੇ ਜਨਾਬ ਹਰਚਰਨ ਗਰੇਵਾਲ ਸਾਹਿਬ, ਕਰਮਜੀਤ ਧੂਰੀ, ਸੁਰਜੀਤ ਮਾਧੋਪੁਰੀ ਸਾਹਿਬ ਤੇ ਰਜਿੰਦਰ ਰਾਜਨ, ਸਵਰਨਲਤਾ, ਮਨਮੋਹਨ ਵਾਰਿਸੋਰੀ, ਤਿੰਨੇ ਹੀ ਭਰਾ ਤੋ ਸੁਰਿੰਦਰ ਛਿੰਦਾ ਔਰ ਸੁਰਿੰਦਰ ਛਿੰਦਾ ਦੀ ਫੈਮਿਲੀ। ਸੋ ਸਾਬਰ ਹੁਸੈਨ, ਈਵਨ ਕੁਲਦੀਪ ਮਾਨਕ ਸਾਹਿਬ ਨੇ ਵੀ ਉਹਨਾਂ ਦੀ ਸੰਗਤ ਕੀਤੀ ਹੈ। ਮੁਹੰਮਦ ਸਦੀਕ ਸਾਹਿਬ ਜਦੋਂ ਪਬਲਿਕ ਰਿਲੇਸ਼ਨ 'ਚ ਸੀਗੇ ਉਦੋਂ ਉਹਨਾਂ ਦੇ ਗਰੁੱਪ ਦੇ ਵਿੱਚ ਰਾਜਨ ਦੇ ਨਾਲ ਡਿਊਟ ਗਾਇਕੀ ਕਰਦੇ ਸੀ। ਸੋ ਉਸਤਾਦ ਲਾਲ ਚੰਦ, ਯਮਲਾ ਜੱਟ ਤੇ ਉਹਨਾਂ ਦੀ ਯਾਰੀ ਬਹੁਤ ਸੀ। ਜੀ ਜੀ ਜੀ। ਤੇ ਦੁਨੀਆ ਦੇ ਵਿੱਚ ਐਦਾਂ ਦਾ ਮਜ਼ਾਕ ਵੀ, ਜਦੋਂ ਉਹ ਉਸਤਾਦ ਲੋਕ ਸੀ ਇੱਕ ਦੂਜੇ ਨੂੰ ਮਜ਼ਾਕ ਵੀ ਕਰਦੇ ਸੀ। ਨਹੀਂ ਉਹ ਤਾਂ ਫਿਰ ਹਮ ਉਮਰ ਵੀ ਸੀ। ਹੈ ਜੀ। ਤੇ ਹਮ ਉਮਰ ਵੀ ਸੀ ਤੇ ਮਜ਼ਾਕ ਵੀ ਐਸਾ ਕਰਨਾ। ਤੇ ਉਹ ਗੱਲਾਂ ਕੋਈ ਯਾਦ ਹੈ ਮਜ਼ਾਕ ਕੋਈ ਤੁਹਾਡੇ ਸਾਹਮਣੇ ਹੋਇਆ ਹੋਵੇ? ਹਾਂ, ਮਜ਼ਾਕ ਇੱਕ ਵਾਰੀ ਉਸਤਾਦ ਭੰਵਰਾ ਸਾਹਿਬ, ਮੈਂ ਇੱਥੇ ਦਿਖਾ ਰਿਹਾ ਤੁਹਾਨੂੰ, ਇੱਦਾਂ ਬੈਠੇ ਸੀਗੇ ਤੇ ਇੱਦਾਂ ਕਰ ਰਹੇ ਸੀਗੇ ਤੇ ਇੱਦਾਂ ਉਂਗਲੀਆਂ ਘੁਮਾਈ ਜਾਂਦੇ ਸੀਗੇ। ਜੀ ਜੀ। ਤੇ ਯਮਲਾ ਕਹਿੰਦਾ, ਓਏ ਭੰਵਰਿਆ ਆ ਡੋਰਾਂ ਜੀਆਂ ਬੱਟੀ ਜਾਂਦਾ ਕਿ ਕੀ ਕਰਦਾ ਜੇ, ਆ ਕੀ ਕਰਦਾ ਜੇ, ਤੈਨੂੰ ਇਹਦੇ ਤੋਂ ਇਲਾਵਾ ਹੋਰ ਵੀ ਕੁਝ ਆਉਂਦਾ? ਕਹਿੰਦਾ ਆ ਲਓ ਜੀ, ਉਹ ਉਂਗਲੀਆਂ ਪੁੱਠੀਆਂ ਘੁਮਾਤੀਆਂ। ਤੇ ਉਸਤਾਦ ਜੀ ਉਹਨੂੰ ਕਹਿੰਦੇ, ਭੰਵਰਾ ਸਾਹਿਬ ਨੂੰ ਕਹਿੰਦੇ, ਮੈਂ ਤਾਂ ਚੱਲ ਗੂਠੇ ਘੁਮਾਈ ਜਾਂਦਾ ਤੇ ਤੂੰ ਆਪਣੇ ਆਪ 'ਚ ਹੀ ਘੁੰਮੀ ਫਿਰਦਾ, ਆਪਣੇ ਆਪ 'ਚ ਹੀ ਘੁੰਮੀ ਜਾਂਦਾ। ਸੋ ਬੜੇ ਅੱਛੇ ਮਜ਼ਾਕੀਆ ਦੋਸਤ। ਅੱਜ ਵੀ ਬੀਬੀ ਸਰਬਜੀਤ ਜਾਂ ਉਹਨਾਂ ਦੇ ਬੱਚੇ ਮੇਲਾ ਕਰਦੇ ਨੇ, ਉਸਤਾਦ ਭੰਵਰਾ ਸਾਹਿਬ ਦੀ ਬਰਾਬਰ ਫੋਟੋ ਲਾਉਂਦੇ। ਵਾਹ, ਬਹੁਤ ਅੱਛੇ। ਸੋ ਇਹਨਾਂ ਨੇ ਕੋਈ ਸੰਗੀਤ ਅਕੈਡਮੀ ਵੀ ਲੁਧਿਆਣੇ ਖੁੱਲੀ ਸੀ ਉਦੋਂ? ਹਾਂਜੀ, ਸੰਗੀਤ ਅਕੈਡਮੀ ਤਾਂ ਉਹ ਕਾਲਜ ਸੀ। ਹਾਂਜੀ ਹਾਂਜੀ। ਚੌਂਕ, ਘੰਟਾਘਰ ਚੌਂਕ, ਨੈਸ਼ਨਲ ਮਿਊਜ਼ਿਕ ਕਾਲਜ। ਜੀ ਜੀ ਜੀ। ਤੇ ਉੱਥੇ ਕਿਸੇ ਵੇਲੇ ਤਾਂਗਿਆਂ ਦਾ ਅੱਡਾ ਹੁੰਦਾ ਸੀ ਕਿਉਂਕਿ ਲੁਧਿਆਣੇ ਦੇ ਵਿੱਚ ਲੋਕਲ ਬੱਸਾਂ ਜਾਂ 3 ਵੀਲਰ ਜਾਂ ਰਕਸ਼ੇ ਤਾਂ ਬਾਅਦ 'ਚ ਆਏ, ਉਦੋਂ ਇੱਕ ਸ਼ਾਹੀ ਸਵਾਰੀ ਗਿਣੀ ਜਾਂਦੀ ਸੀ, ਟਾਂਗਾ। ਹਾਂਜੀ, ਟਾਂਗਾ ਚੱਲਿਆ ਜੀ ਸ਼ਹਿਰ ਕੁਰਾਲੀ, ਬਹਿ ਜਾ ਬਿੱਲੋ ਛਾਲ ਮਾਰ ਕੇ। ਹਾਵੀ ਤਰਜ ਉਸਤਾਦ ਭੰਵਰਾ ਸਾਹਿਬ ਦੀ ਸੀ। ਸੋ ਨੈਸ਼ਨਲ ਮਿਊਜ਼ਿਕ ਕਾਲਜ ਦੇ ਵਿੱਚ ਬਹੁਤ ਸੰਗੀਤਕ ਸਟੂਡੈਂਟ ਆਏ। ਉਹ ਦੇਹਲੀ ਐਸੀ ਸੀ, ਮੈਨੂੰ ਇੰਨਾ ਯਾਦ ਹੈ, ਇੱਕ ਵਾਰੀ ਪ੍ਰਣਾਮ ਕਰਦੇ ਆ ਜਨਾਬ ਜਗਦੇਵ ਸਿੰਘ ਜੱਸੋਵਾਲ ਸਾਹਿਬ ਨੂੰ। ਉਹ ਦੀਵਾਲੀ ਅਗਲੇ ਦਿਨ ਸੀ, ਕਹਿੰਦੇ ਯਾਰ ਆਪਣੀ ਤਾਂ ਦੀਵਾਲੀ ਤਾਂ ਬਣਦੀ, ਆਪਾਂ ਭੰਵਰਾ ਸਾਹਿਬ ਦੇ ਕਾਲਜ ਜਾ ਕੇ ਦੀਵੇ ਲਾ ਕੇ ਆਈਏ। ਜੀ ਜੀ ਜੀ, ਬਿਲਕੁਲ। ਦੇਖੋ ਜੀ, ਕਹਿੰਦੇ ਉੱਥੇ ਚਿਰਾਗਾ ਕਰਕੇ ਆਉਣਾ। ਜੀ, ਚਿਰਾਗ ਤਾਂ ਇੱਕ ਹੁੰਦਾ, ਚਿਰਾਗਾ ਕਰੀਏ। ਇਹ ਸ਼ਗਨਾਂ ਦੀ ਬੋਲੀ ਆ। ਤੇ ਉਹ ਫਿਰ ਕਹਿੰਦੇ ਅੱਧੇ ਰਾਹ ਦੇ ਵਿੱਚ ਕਹਿੰਦੇ ਯਾਰ ਵੱਡੇ ਠੱਠੇ ਵਾਲੀ ਦੁਕਾਨ ਰੋਕੋ। ਵੱਡਾ ਠੱਠਾ ਠੇਕਾ। ਤੇ ਉਹ ਕਹਿੰਦੇ ਜੀ ਨਾਲੇ ਤੁਸੀਂ ਕਹਿੰਦੇ ਚਿਰਾਗਾ ਕਰਨ ਜਾਣਾ, ਕਹਿੰਦੇ ਜੀ ਦੀਵੇ ਤਾਂ ਹੀ ਬਾਲਾਂਗੇ, ਪਹਿਲਾਂ ਦੀਵੇ ਬਾਲਣ ਜੋਗੇ ਹੋ ਜੀ। ਤੇ ਰੰਗੀਲੇ ਬੰਦੇ। ਫਿਰ ਉਹਨਾਂ ਨੇ ਜੀ ਤੇ ਸੋਡਾ ਜੀ, ਸੋਡਾ ਪਾਉਂਦੇ ਹੁੰਦੇ ਸੀਗੇ। ਜੀ ਜੀ ਜੀ। ਉਹਨਾਂ ਨੇ ਦੂਰੋਂ ਹਾਕ ਮਾਰੀ ਇੱਕ ਦੁਕਾਨ ਜੀ, ਤੇ ਉਹ ਕਰਿਆਨੇ ਦੀ ਦੁਕਾਨ ਸੀ। ਕਹਿੰਦੇ ਉਹ ਕਾਕਾ ਸੋਡਾ ਲੈ ਕੇ ਆ। ਉਸਤਾਦ ਸਾਹਿਬ ਆ ਰਹੇ ਸੀ ਨਾ ਕਾਲਜ, ਜਗਦੇਵ ਸਿੰਘ ਜੱਸੋਵਾਲ ਸਾਹਿਬ ਨੇ ਕਰਿਆਨੇ ਦੇ ਕੋਲ ਕੱਢ ਕੇ ਸੋਡਾ ਲੈ ਕੇ ਆਵੇ। ਜੀ ਜੀ। ਤੇ ਉਹ ਨਹੀਂ ਆਇਆ, ਉਹ ਲਿਆਉਂਦਾ ਨਹੀਂ ਸੋਡਾ। ਅਸੀਂ ਕਦੇ ਬੈਠੇ, ਉਹ ਥੋੜ੍ਹੀ ਦੇਰ ਬਾਅਦ ਅਖਬਾਰ 'ਚ ਢੇਰੀ ਲੱਗੀ ਹੋਈ ਤੇ ਕੱਪੜੇ ਧੋਣ ਵਾਲਾ ਸੋਡਾ ਲੈ ਆਇਆ। ਉਹ ਕਹਿੰਦਾ ਕੰਜਰ ਦਿਆ ਪੁੱਤਾ, ਤੈਨੂੰ ਅਸੀਂ ਇੱਥੇ ਖੇਸੀਆਂ ਧੋਣੀਆਂ, ਕਹਿੰਦਾ ਮੈਂ ਤੈਨੂੰ ਕਾਰਾ ਸੋਡਾ ਕਿਹਾ। ਕਹਿੰਦਾ ਉਹ ਮੁੱਕਿਆ ਹੋਇਆ, ਕਹਿੰਦਾ ਛੱਡ ਪਰਾਂ, ਕਹਿੰਦਾ ਪਾਣੀ ਲਿਆ। ਸੋ ਫਿਰ ਉਹਨਾਂ ਨੇ ਉੱਥੇ ਜਾ ਕੇ, ਕਿਉਂਕਿ ਉਹ ਵੀ ਤੁਸੀਂ ਕੋਈ ਜਿਹੜਾ ਉਹਨਾਂ ਦੀ ਸ਼ਾਗਿਰਦੀ ਬਹੁਤ ਜ਼ਿਆਦਾ ਕੀਤੀ ਆ, ਕੋਈ ਉਹਨਾਂ ਦੇ ਸੰਗੀਤਕ ਜਿਹੜਾ ਕੋਈ ਤੁਹਾਨੂੰ ਯਾਦ ਹੋਵੇ, ਉਹਨਾਂ ਦੇ ਸੰਗੀਤਕਾਰ? ਉਹਨਾਂ ਦਾ ਇੱਕ ਗਾਣੇ ਜ਼ਰੂਰ ਕਰਾਂਗੇ, ਪਰ ਉਹਨਾਂ ਦਾ ਜੋ ਸਟਾਈਲ ਸੀ ਸਿਖਾਉਣ ਦਾ। ਜੀ ਜੀ। ਕੋਈ ਇੱਕ ਗੀਤ ਸੁਣਾਓ ਜਿਹੜਾ ਉਹਨਾਂ ਦੇ ਸੰਗੀਤ 'ਚ ਤੁਸੀਂ ਗਾਇਆ ਹੋਵੇ।
ਮੈਂ ਤਾਂ ਬਹੁਤ ਗਾਣੇ ਉਹਨਾਂ ਦੇ ਗਾਏ ਆ। ਕੋਈ ਵੀ ਉਹ ਲੈ ਦੇ ਤੂੰ ਬੰਦੂਕ ਭਾਬੀਏ, ਲੈ ਦੇ ਤੂੰ ਬੰਦੂਕ ਭਾਬੀਏ, ਨਿੱਕਾ ਦਿਓਰ ਤੇਰਾ ਬੇਨਤੀ ਗੁਜ਼ਾਰੇ। ਲੈ ਦੇ ਤੂੰ ਬੰਦੂਕ ਭਾਬੀਏ, ਲੈ ਦੇ ਤੂੰ ਬੰਦੂਕ ਭਾਬੀਏ, ਲਾ ਦਊਂਗਾ ਉਲੰਬੇ ਤੇਰੇ ਸਾਰੇ। ਲੈ ਦੇ ਤੂੰ ਬੰਦੂਕ ਭਾਬੀਏ, ਨਿੱਕਾ ਦਿਓਰ ਤੇਰਾ ਬੇਨਤੀ ਗੁਜ਼ਾਰੇ। ਉਹਨਾਂ ਨੇ ਇਹ ਹਸਨਪੁਰੀ ਸਾਹਿਬ ਦਾ ਲਿਖਿਆ ਜੀ, ਇੰਦਰਜੀਤ ਹਸਨ। ਤੇ ਫਿਰ ਉਹਨਾਂ ਨੇ ਇਹ ਵੀ ਗਵਾਇਆ ਮੇਰੇ ਤੋਂ, ਤੋਰ ਮਜਾਜਣ ਦੀ ਹੋਰ ਝੂਠੀਆਂ ਗੱਲਾਂ। ਵਾਹ। ਸੋ ਮੇਰੇ ਤਾਂ ਪਹਿਲਾ ਜੋ ਰਿਕਾਰਡ ਹੀ ਸੀ ਮੇਰਾ, ਜੀ 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 ਉਹਦਾ ਮਿਊਜ਼ਿਕ ਉਸਤਾਦ ਭੰਵਰਾ ਸਾਹਿਬ ਨੇ ਦਿੱਤਾ। ਔਰ ਫਿਰ ਦੇਖੋ ਉਸਤਾਦ ਭੰਵਰਾ ਸਾਹਿਬ ਨੇ ਜਨਾਬ ਗੁਰਦਾਸ ਮਾਨ ਸਾਹਿਬ ਦਾ ਪਹਿਲਾ ਰਿਕਾਰਡ, ਓਕੇ, ਦਿਲ ਦਾ ਮਾਮਲਾ। ਅੱਛਾ, ਇਹ ਭੰਵਰਾ ਸਾਹਿਬ ਦਾ ਸੰਗੀਤ ਹੋਇਆ। ਔਰ ਇਹ ਸਹੀ ਗੱਲ ਹੈ, ਗੁਰਦਾਸ ਜੀ ਨੂੰ ਪੁੱਛ ਕੇ ਦੇਖ ਲਓ। ਮੈਂ ਦੇਖਿਆ ਗੁਰਦਾਸ ਆਪਣੀ ਉਹ ਮਾਧੋਪੁਰ ਦੀਆਂ ਤੰਗ ਗਲੀਆਂ 'ਚ ਅੰਬੈਸਡਰ ਗੱਡੀ ਨਹੀਂ ਸੀ ਜਾਂਦੀ ਹੁੰਦੀ। ਜੀ 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 ਜੀ। ਉਹ ਦੂਸਰੇ ਪਾਸੇ ਗੱਡੀ ਖੜੀ ਕਰਕੇ ਤੇ ਉੱਥੋਂ ਤੁਰ ਕੇ ਆਉਂਦਾ ਹੁੰਦਾ ਸੀ ਓਕੇ। ਤੇ ਉਸਤਾਦ ਸਾਹਿਬ ਕੋ ਰਿਆਜ਼ ਕਰਨ ਵਾਸਤੇ। ਤੇ ਉਹਦਾ ਰਿਕਾਰਡ ਵੀ ਦਿਲ ਦੇ ਮਾਮਲੇ ਦਾ ਆਲ ਮਿਊਜ਼ਿਕ ਉਹਨਾਂ ਨੇ ਕੀਤਾ। ਤੇ ਕੁਝ ਗੱਲਾਂ ਕਰਕੇ ਉਸਤਾਦ ਸਾਹਿਬ ਉਹਨਾਂ ਦੀ ਸਿਹਤ ਵਿਗੜ ਗਈ ਸੀ, ਜੀ ਜੀ। ਉਹ ਆ ਗਏ ਸੀ। ਫਿਰ ਉਹ 2-3 ਗੀਤਾਂ ਦਾ ਮਿਊਜ਼ਿਕ ਚਰਨਜੀਤ ਊਜਾ ਸਾਹਿਬ ਨੇ ਵੀ ਕੀਤਾ। ਤੁਸੀਂ ਹੁਣ ਸਿਹਤ ਵਿਗੜੀ ਦੀ ਗੱਲ ਕਰਦੇ ਹੋ, ਉਹ ਇਸ ਸੰਸਾਰ ਤੋਂ ਚਲੇ ਵੀ ਗਏ ਆ। ਜਦੋਂ ਇਹ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਚਲੀਆਂ ਜਾਂਦੀਆਂ, ਪਿੱਛੋਂ ਕਈ ਵਾਰੀ ਉਹਨਾਂ ਨੂੰ ਭੁੱਲ ਭੁਲਾਇਆ ਜਾਂਦਾ, ਉਹਨਾਂ ਦਾ ਨਾਂ ਤੱਕ ਨਹੀਂ ਲਿਆ ਜਾਂਦਾ। ਕੋਈ ਇਸ ਤਰ੍ਹਾਂ ਦਾ ਕੁਝ ਕੀਤਾ ਕਿਸੇ ਨੇ ਰਲ ਕੇ? ਦੇਖੋ ਮੇਰਾ ਹਰ ਜਿਹੜੇ ਸਰਾਧ ਹੁੰਦੇ ਨੇ ਜੀ, ਜਾਂ ਟ੍ਰਿਬਿਊਟ ਹੁੰਦਾ, ਆਪਾਂ ਆਪਣੇ ਵੱਡਿਆਂ ਨੂੰ ਕਰਦੇ ਹਾਂ, ਜੀ ਜੀ ਜਾਂ ਆਪਣੇ ਬਾਪ ਦਾ ਸਰਾਧ ਕਰਦੇ ਹਾਂ, ਜੀ ਜਾਂ ਤਾਏ ਦਾ ਕਰਦੇ ਹਾਂ। ਤਾਂ ਸਾਡੇ ਤਾਂ ਇਹ ਪਰਿਵਾਰ ਦੇ ਵੱਡੇ ਸੀਗੇ। ਮਨ ਦੀ ਇੱਕ ਇੱਛਾ ਸੀ ਕਿ ਜ਼ਿੰਦਗੀ ਦੇ ਵਿੱਚ ਜਦੋਂ ਮੈਂ ਕਾਮਯਾਬ ਹੋ ਗਿਆ ਸੀ, ਰਿਕਾਰਡ ਹਿੱਟ ਹੋ ਗਏ ਸੀ, ਮੈਂ ਕਿਹਾ ਜ਼ਿੰਦਗੀ ਦੇ ਵਿੱਚ ਜੇ ਇੱਕ ਕੰਮ ਕਰਨਾ ਕਿ ਉਸਤਾਦ ਸਾਹਿਬ ਦਾ ਬੁੱਤ, ਸਟੈਚੂ, ਮੂਰਤੀ ਇਹ ਬਣਾਵਾਂਗੇ। ਵਾਹ। ਸੋ ਬੜਾ ਵਕਤ ਲੰਘ ਗਿਆ। ਸੁਰਿੰਦਰ ਛਿੰਦੇ ਨੂੰ ਰੱਬ ਨੇ ਹਰ ਕੁਛ ਦੇਤਾ, ਜੋ ਮੰਗੇ ਠਾਕੁਰ ਆਪਣੇ ਸੇ ਸੋਈ ਸੋਈ ਦੇਵੇ। ਕਿਉਂਕਿ ਜਿਹੜਾ ਆਪਣੇ ਉਸਤਾਦਾਂ ਨੂੰ ਮੰਨਦਾ, ਬਜ਼ੁਰਗਾਂ ਨੂੰ ਮੰਨਦਾ, ਮੈਂ ਅਕਸਰ ਆਪਣੇ ਇੰਟਰਵਿਊ 'ਚ ਕਹਿਣਾ ਹੁੰਦਾ ਕਿ ਬਾਜ ਮੁਰਸ਼ਿਦਾਂ ਰਾਹ ਨਹੀਂ ਲੱਭ ਹੁੰਦੇ, ਦੁੱਧਾਂ ਬਾਜ ਨਾ ਰਿੱਝਦੀ ਖੀਰ ਮੀਆਂ। ਵਾਹ। ਉਸਤਾਦ ਭੰਵਰਾ ਸਾਹਿਬ ਸੇ ਜੰਜ ਕਹਿ ਲਓ ਵੀ ਬੁੱਲਾ ਇੱਕ ਅੱਗੇ ਲੋਕੋ ਨੱਚਿਆ ਸੀ, ਅੱਗੇ ਬੁੱਲੇ ਦੇ ਕਈ ਹਜ਼ਾਰ ਨੱਚੇ। ਸੋ ਮੈਂ ਉਸਤਾਦ ਸਾਹਿਬ ਭੰਵਰਾ ਸਾਹਿਬ ਦੀ, ਮੇਰੇ ਹੋਰ ਵੀ ਮੇਰੇ ਗੁਰ ਭਾਈਆਂ ਨੇ ਬਹੁਤ ਮੇਰਾ ਸਾਥ ਦਿੱਤਾ ਹੈ ਜੀ। ਬਹੁਤ ਤੁਸੀਂ ਕਹਿੰਦੇ ਸੀ ਉਹਨਾਂ ਦਾ। ਮੈਂ ਉਹੀ ਦੱਸ ਰਿਹਾ। ਰਾਈਟ। ਤੇ ਤੁਹਾਡਾ ਕੁਐਸਚਨ ਹੀ ਇਹ ਹੈ ਜੀ ਕਿ ਇਹ ਪਿਛਲੇ ਸਾਲ ਦੀ ਹੋਈ ਗੱਲ ਹੈ। ਅੱਛਾ ਅੱਛਾ। ਇਸ ਸਟੈਚੂ ਨੂੰ ਬਣਾਉਣ ਵਾਸਤੇ ਬਹੁਤ ਜਦੋਜਹਿਦ ਦੇਰ ਤੋਂ ਚੱਲ ਰਹੀ ਸੀ। ਜੀ ਜੀ। ਸੋ ਮੈਂ ਸ਼ੁਕਰਗੁਜ਼ਾਰ ਹਾਂ ਸਾਡੇ ਮੈਂਬਰ ਪਾਰਲੀਮੈਂਟ, ਸੂਫੀ ਗਾਇਕ ਸਤਿਕਾਰਯੋਗ ਜਨਾਬ ਹੰਸਰਾਜ ਜੀ ਹੰਸ, ਜੀ ਜੀ ਉਹਨਾਂ ਦੇ ਮਨ ਦੇ ਵਿੱਚ ਵੀ ਬੜੀ ਸ਼ਰਧਾ ਉਸਤਾਦ ਭੰਵਰਾ ਸਾਹਿਬ ਦੀ। ਜੀ ਜੀ। ਕਿਉਂਕਿ ਉਹ ਆਪ ਦੱਸਦੇ ਨੇ ਕਿ ਜਦੋਂ ਮੈਂ ਨਹੀਂ ਸੀ ਹਿੱਟ ਹੋ ਰਿਹਾ, ਕਿ ਮੇਰੇ ਆਪਣੇ ਉਸਤਾਦ ਪੂਰਨ ਸ਼ਾਹ ਕੋਟੀ ਨੇ ਮੈਨੂੰ ਇੱਕ ਗੱਲ ਕਹੀ, ਭਈ ਜੇ ਹਿੱਟ ਹੋਣਾ ਤੇ ਘੰਟਾ ਘਰ ਚੌਂਕ ਚਲੇ ਜਾ। ਅੱਛਾ, ਲੁਧਿਆਣੇ ਭੰਵਰਾ ਸਾਹਿਬ ਕੋਲ ਚਲੇ ਜਾ। ਕਹਿੰਦੇ ਮੈਂ ਫਿਰ ਉੱਥੇ ਹੰਸ ਹੋਣਾ ਦਾ ਉਹ ਜਿਹੜਾ ਰਿਕਾਰਡ ਸੀ, ਮੈਂ ਬੱਸਾਂ ਲੁਧਿਆਣੇ ਦੀਆਂ ਤੱਕਦਾ ਰਿਹਾ। ਉੱਥੇ ਸਾਰਾ ਕੰਮ ਹੋਇਆ, ਤਰਜ਼ਾਂ ਦਾ ਜੋ ਹੋਮਵਰਕ ਸੀ, ਸੋ ਹਿੱਟ ਹੋ ਗਿਆ। ਉਹ ਰਾਤੋਂ ਰਾਤ ਲੱਖਾਂ ਦੇ ਵਿੱਚ ਕੈਸਟਾਂ ਵਿਕੀਆਂ। ਸੋ ਹੰਸਰਾਜ ਜੀ ਵਰਲਡ ਦੇ ਸਭ ਤੋਂ ਵੱਡੇ ਸਿੰਗਰ ਬਣੇ। ਉਹ ਇਸ ਗੱਲ ਨੂੰ ਕਦੇ ਨਹੀਂ ਭੁੱਲਦੇ ਹੰਸ ਜੀ। ਸੋ ਮੈਂ ਉਹਨਾਂ ਨਾਲ ਗੱਲ ਕੀਤੀ ਆਪਾਂ, ਔਰ ਓਬਰਾਏ ਸਾਹਿਬ ਬੈਠੇ ਸੀ, ਐਸਪੀ ਓਬਰਾਏ ਸਾਹਿਬ, ਦੁਬਈ ਵਾਲੇ, ਉਹ ਵੀ ਬੜੇ ਵੱਡੇ। ਜੇ ਦੁਨੀਆ 'ਚ ਦਾਨਵੀਰ ਕਰਨ ਇੱਕ ਹੋਇਆ ਜੀ, ਮਹਾਭਾਰਤ ਦੇ ਯੁੱਧ ਵੇਲੇ 'ਚ ਦਾਨਵੀਰ ਕਰਨ, ਅਗਰ ਅੱਜ ਦੇ ਯੁੱਗ 'ਚ ਕੋਈ ਵੱਡਾ ਦਾਨਵੀਰ ਕਰਨਾ ਹੈ ਤਾਂ ਐਸਪੀਐਸ ਓਬਰਾਏ ਸਾਹਿਬ ਨੇ। ਵਾਹ, ਕੀ ਬਾਤ। ਉਹ ਕੰਮ ਕਰਦੇ ਨੇ ਜਿਹੜਾ ਕੋਈ ਸੋਚ ਨਹੀਂ ਸਕਦਾ, ਕਰ ਤਾਂ ਸਕਦਾ, ਸੋਚਣੀ ਵਿਲੱਖਣਤਾ ਉਹਨਾਂ ਦੀ ਆਪਣੀ। ਮੈਂ ਪ੍ਰਣਾਮ ਕਰਦਾ ਮੇਰੇ ਵੱਡੇ ਭਰਾਵਾਂ ਵਰਗੇ ਮੇਰੇ ਰਾਹਗੀਰ ਨੇ,
ਜਦ ਵੀ ਉਹਨਾਂ ਨੂੰ ਕੋਈ ਬੇਨਤੀ ਕੀਤੀ ਤੇ ਮੈਂ ਹੰਸ ਜੀ ਤੇ ਉਬਰਾਏ ਸਾਹਿਬ ਬੈਠੇ ਆ ਤੇ ਗੱਲ ਚੱਲੀ ਪਈ ਉਹਨਾਂ ਦਾ ਬੁੱਤ ਲਾਉਣਾ ਜੀ। ਤੇ ਹੰਸ ਜੀ ਉਹਨਾਂ ਨੇ ਬੜੇ ਨਰਮ ਜਿਹੇ ਲਹਿਜੇ 'ਚ ਕਿਹਾ ਕਿ ਉਬਰਾਏ ਸਾਹਿਬ ਇਹ ਵੀ ਕੰਮ ਕਰਨ ਵਾਲਾ ਹੀ ਹੈ ਤੇ ਇਹ ਵੀ ਕਰ ਦਿਓ। ਉਹ ਕਹਿੰਦੇ ਵੀ ਜੋ ਸਟੈਚੂ ਦਾ ਖਰਚਾ ਹੋਊਗਾ ਮੈਂ ਦਊਂਗਾ ਜੀ। ਬਾਕੀ ਕਿਉਂਕਿ ਸਰਕਾਰੀ ਜਗ੍ਹਾ ਤੇ ਇੱਕ ਇੱਟ ਲਾਉਣੀ ਬਹੁਤ ਔਖੀ ਹੁੰਦੀ, ਬੜਾ ਪੇਪਰ ਵਰਕ ਬਹੁਤ ਹੁੰਦਾ, ਡਰਾਈਵਰ ਲੱਗਣਾ ਨਾਲ ਉਹ ਕਿੱਥੇ ਲੱਗਣੀ ਆ ਕਿਹੜੀ ਜਗ੍ਹਾ ਸੂਟ ਕਰਦੀ ਹੈ ਉਹ ਪ੍ਰਸ਼ਾਸਨ ਦਾ ਕੰਮ ਹੁੰਦਾ। ਉਹਦੇ ਵਿੱਚ ਬੜੀ ਗੱਲ ਵਧੀਆ ਕੀ ਹੋਈ ਕਿ ਉਹ ਉੱਥੇ ਦੇ ਮੇਅਰ ਸਾਹਿਬ ਉਹ ਵੀ ਬੇਸਿਕਲੀ ਉਹ ਫਨਕਾਰ ਹੀ ਨੇ ਜੀ। ਉਹ ਭੰਗੜੇ ਦੇ ਬਹੁਤ ਤਗੜੇ ਕੋਚ ਨੇ, ਉਹਨਾਂ ਨੇ ਸਾਥ ਦਿੱਤਾ, ਉਹਨਾਂ ਨੂੰ ਦੱਸਿਆ ਬਲਕਾਰ ਸੰਧੂ ਸਾਹਿਬ ਤੇ ਸਾਡੇ ਡੀਸੀ ਸਾਹਿਬ ਮੌਜੂਦਾ ਇਸ ਵੇਲੇ ਦੇ ਵਰਿੰਦਰ ਸ਼ਰਮਾ ਜੀ, ਉਹ ਵੀ ਉਹ ਅੰਦਰੋਂ ਫਨਕਾਰ ਹੀ ਨੇ। ਉਹਨਾਂ ਨੂੰ ਬੇਨਤੀਆਂ ਕੀਤੀਆਂ ਤੇ ਭਾਰਤ ਭੂਸ਼ਣ ਆਸ਼ੂ ਸਾਹਿਬ ਕੈਬਨਿਟ ਮੰਤਰੀ ਤੇ ਹੋਰ ਸਾਡੇ ਕਾਰਪੋਰੇਸ਼ਨ ਦੇ ਜੋ ਚੀਫ ਸੀਗੇ ਅਗਰਵਾਲ ਸਾਹਿਬ ਔਰ ਸਾਡੇ ਪੁਲਿਸ ਕਮਿਸ਼ਨਰ ਰਾਜੇਸ਼ ਅਗਰਵਾਲ ਸਾਹਿਬ। ਸੋ ਇਹ ਸਾਰਿਆਂ ਨੇ, ਬਿੰਦਰਾ ਸਾਹਿਬ, ਸਭ ਲੋਕ ਇੱਕ ਟੀਮ ਬਣ ਗਈ ਵੀ ਇਹ ਕੰਮ ਹੋਣਾ ਚਾਹੀਦਾ ਜੀ। ਜਗ੍ਹਾ ਫਾਈਨਲ ਹੋ ਗਈ। ਫਾਈਨਲ ਹੋਣ ਤੋਂ ਬਾਅਦ ਮੈਂ ਅਮਰੀਕਾ 'ਚ ਸੀ ਤੇ ਮੈਨੂੰ ਮੈਸੇਜ ਉੱਥੋਂ ਆਇਆ ਭਈ ਸਾਰਾ ਪੇਪਰ ਵਰਕ ਹੋ ਗਿਆ। ਮੇਰੇ ਸ਼ਾਗਿਰਦਾਂ ਨੇ ਵੀ ਬਹੁਤ ਸਾਥ ਦਿੱਤਾ, ਬਾਬਾ ਜੋਰਾ ਸਿੰਘ ਜਬੱਦੀ ਵਾਲੇ, ਬਾਬਾ ਜੋਰਾ ਸਿੰਘ ਜੀ ਧਰਮਕੋਟ ਵਾਲੇ, ਸੋ ਮੇਰੇ ਗੁਰਭਾਈ ਮਲਹਾਰ ਸਾਹਿਬ, ਸੋ ਹੋਰ ਵੀ ਸਾਰੇ ਆਰਟਿਸਟ ਨਾਲ ਜੁੜੇ, ਪਾਲੀ ਦੇਤ ਵਾਲੀ ਆ। ਸੋ ਇਹ ਗੱਲ ਸਿਰੇ ਚੜ੍ਹ ਗਈ। ਸੋ ਅੱਜ ਪੰਜਾਬੀ ਭਵਨ ਦੇ ਵਿੱਚ ਜਦੋਂ ਆਪਾਂ ਮੇਨ ਗੇਟ ਤੋਂ ਅੰਦਰ ਵੜਦੇ ਹੀ ਹਾਂ, ਪਹਿਲਾਂ ਭੰਵਰਾ ਸਾਹਿਬ ਦਾ ਬੁੱਤ ਆਉਂਦਾ। ਬੁੱਤ ਨਹੀਂ ਮੈਂ ਕਹਿ ਸਕਦਾ, ਮੈਂ ਸੰਗੀਤ ਦੀ ਮੂਰਤੀ ਕਹਿ ਸਕਦਾ। ਇੱਕ ਪਾਸੇ ਉਹ ਸਟੈਚੂ ਲੱਗਿਆ ਹੋਇਆ ਤੇ ਦੂਸਰੇ ਪਾਸੇ ਸ਼ਹਿਨਸ਼ਾਹੀ ਕਲਮ ਪ੍ਰੋਫੈਸਰ ਮੋਹਨ ਸਿੰਘ ਮੋਹਨ। ਸੋ ਆਮਣੇ ਸਾਹਮਣੇ ਹੁਣ ਪਤਾ ਲੱਗਿਆ ਉੱਥੇ ਹੋਰ ਵੀ ਕਈ ਸਟੈਚੂ ਲੱਗ ਰਹੇ ਨੇ ਫਨਕਾਰਾਂ ਦੇ, ਗੀਤਕਾਰਾਂ ਦੇ, ਕਲਾਕਾਰਾਂ ਦੇ। ਸੋ ਵੱਡੀ ਗੱਲ ਆਉਣ ਵਾਲੇ ਟਾਈਮ 'ਚ ਉਹ ਸਟਰੀਟ ਹੀ ਬਣ ਜਾਏਗੀ। ਬਹੁਤ ਵਧੀਆ ਉਪਰਾਲਾ ਹੈਗਾ ਕਿ ਸਾਡੇ ਜਿਹੜੇ ਜਿਨ੍ਹਾਂ ਨੇ ਸੱਭਿਆਚਾਰ ਨੂੰ ਸਾਂਭ ਕੇ ਰੱਖਿਆ, ਜਿਨ੍ਹਾਂ ਨੇ ਕਲਾ ਨੂੰ ਸਾਂਭ ਕੇ ਰੱਖਿਆ, ਉਹਨਾਂ ਨੂੰ ਯਾਦ ਹੁਣ ਵੀ ਕੀਤਾ ਜਾ ਰਿਹਾ ਤੇ ਰਹਿੰਦੀ ਦੁਨੀਆ ਤੱਕ ਵੀ ਉਹ ਇਹਨਾਂ ਗੱਲਾਂ ਤੋਂ ਯਾਦ ਰਹਿਣਗੇ। ਇਹਦੇ ਨਾਲ ਮੈਂ ਤੁਸੀਂ ਸੰਗੀਤਕਾਰ ਬਾਰੇ ਵੀ ਗੱਲਾਂ ਬਾਤਾਂ ਕੀਤੀਆਂ, ਵਿੱਚ ਕੁਝ ਗੀਤਕਾਰਾਂ ਬਾਰੇ ਵੀ ਗੱਲਾਂ ਕੀਤੀਆਂ, ਪਰ ਇੱਕ ਗੀਤਕਾਰ ਹੱਲੇ ਆਪਾਂ ਜਿਹੜਾ ਹੁਣੇ ਸਾਡੇ ਮਰਹੂਮ ਗੀਤਕਾਰ ਉਹ ਸਾਡੇ ਤੋਂ ਵਿਛੋੜਾ ਦੇ ਗਏ ਆ, ਤੁਹਾਡੇ ਬਹੁਤ ਨਜ਼ਦੀਕੀ ਰਹੇ ਆ, ਉਹਦੇ ਨਾਲ ਕੋਈ ਗੱਲਾਂ ਬਾਤਾਂ ਸਾਂਝੀਆਂ ਕਰੋ ਗਿੱਲ ਸਾਹਿਬ ਨਾਲ। ਸਹੀ ਗੱਲ ਹੈ। ਆ ਜਿਹੜਾ ਕਰੋਨਾ ਜੀ, ਕੋਵਿਡ, ਕੱਕੇ ਹੀ ਲੱਗਦੇ, ਕਰੋਪੀ ਕੱਕਾ ਹੀ ਕਿਸਾਨਾਂ ਨੂੰ ਲੱਗਦਾ। ਜੀ। ਕਿਸਾਨਾਂ ਦੀ ਵੀ ਗੱਲ ਸੁਣੀ ਨਹੀਂ ਜਾ ਰਹੀ। ਪਰਮਾਤਮਾ ਕਰੇ ਇਹ ਗੱਲ ਵੀ ਸਿਰੇ ਲੱਗੇ ਤੇ ਕਿਸਾਨ ਘਰੋਂ ਕਰੀ ਜਾਣ। ਜੀ, ਇਹਨਾਂ ਦਿਨਾਂ ਦੇ ਵਿੱਚ ਜਿੰਨੀਆਂ ਵੀ ਮੌਤਾਂ ਹੋਈਆਂ ਕਰੋਨਾ ਨਾਲ, ਮੈਂ ਸਾਰਿਆਂ ਦੇ ਪਰਿਵਾਰਾਂ ਨਾਲ ਔਰ ਤੁਹਾਡੇ ਵੱਲੋਂ ਵੀ ਦੁੱਖ ਪ੍ਰਗਟ ਕਰਦਾ। ਸਰਦੂਲ ਸਿਕੰਦਰ ਜੀ ਚਲੇ ਗਏ ਔਰ ਇਹਨਾਂ ਦਿਨਾਂ 'ਚ ਕਲਾਕਾਰ ਬਹੁਤ ਗਏ ਆ। ਕਲਾਕਾਰ ਥੋੜੀ ਦੇਰ ਪਹਿਲਾਂ ਕੌਣ, ਸ਼ੌਕਤ ਅਲੀ ਮੁਤਈ ਮਲੇਰਕੋਟਲੇ ਵਾਲੇ, ਉਹਨਾਂ ਤੋਂ ਪਹਿਲਾਂ ਸਾਬਰਕੋਟੀ, ਉਹਨਾਂ ਤੋਂ ਬਾਅਦ ਭੇਟ ਸਮਰਾਟ ਨਰਿੰਦਰ ਚੰਚਲ, ਉਹਨਾਂ ਤੋਂ ਬਾਅਦ ਜਗਜੀਤ ਜ਼ੀਰਵੀ, ਉਹਨਾਂ ਤੋਂ ਬਾਅਦ ਸਾਡੇ ਬਹੁਤ ਹੀ ਸੁਰੀਲੇ ਗਾਇਕ, ਉਹ ਜਗ੍ਹਾ ਨਹੀਂ ਭੁਰ ਹੋ ਸਕਦੀ, ਸਰਦੂਲ ਸਿਕੰਦਰ ਜੀ। ਥੋੜੇ ਦਿਨਾਂ ਬਾਅਦ ਪਾਕਿਸਤਾਨ ਦਾ ਉਹ ਛੱਲਾ ਗਾਉਣ ਵਾਲਾ, ਕਾਹਨੂੰ ਦੂਰ ਦੂਰ ਰਹਿੰਦੇ ਹੋ ਹਜ਼ੂਰ ਮੇਰੇ ਕੋਲੋਂ, ਮੈਨੂੰ ਦੱਸ ਦਿਓ ਹੋਇਆ ਕੀ ਕਸੂਰ ਮੇਰੇ ਕੋਲੋਂ, ਡੋਲੀ ਵੇ ਤੂੰ ਜੀ ਡੋਲੀ ਦੇ ਅਸਾਈਆਂ ਵੇ ਘਰ ਪੱਕੇ ਨੂੰ ਜਾਵਣ ਦੇ, ਮੇਰੀ ਡੋਲੀ ਹੋ ਗਈ ਵਿਦਿਆ ਮੈਨੂੰ ਘਰ ਆਪਣੇ ਨੂੰ ਜਾਵਣ ਦੇ। ਮੇਰੀ ਮੁਰਾਦ ਉਸਤਾਦ ਸ਼ੌਕਤ ਅਲੀ ਸਾਹਿਬ ਪਾਕਿਸਤਾਨ, ਉਹ ਵੀ ਚਲੇ ਗਏ। ਸੋ ਦਿਲਜਾਨ ਚਲਿਆ ਗਿਆ, ਐਕਸੀਡੈਂਟ ਹੋ ਗਿਆ ਸੀ, ਐਕਸੀਡੈਂਟ ਹੋਇਆ, ਜੋ ਵੀ ਹੋਇਆ ਚਲੇ ਗਏ। ਸੋ ਕਿੰਨਾ ਦੁੱਖ ਹੈ। ਗਿੱਲ ਸਰਜੀਤ ਹੋਣੀ। ਸੋ ਜਿਹੜੀ ਹੁਣ ਗੱਲ ਹੋਈ ਹੈ ਉਹ ਗੀਤਕਾਰੀ ਦੀ ਮਹਾਨ ਕਲਮ, ਗੀਤਕਾਰੀ ਦਾ ਯੋਧਾ
ਸੋ ਗਿੱਲ ਸੁਰਜੀਤ ਸਾਹਿਬ ਉਹ ਵੀ ਦੁਨੀਆ ਨੂੰ ਫਾਨੀ ਕਹਿ ਗਏ, ਜੀ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ, ਕਿਉਂਕਿ ਗਿੱਲ ਸੁਰਜੀਤ 3-4 ਕਿਤਾਬਾਂ ਲਿਖੀਆਂ। ਗੁਰਭਜਨ ਗਿੱਲ ਸਾਹਿਬ ਦੇ ਬੜੇ ਕਰੀਬੀ, ਇਕਬਾਲ ਮਾਲ ਸਾਹਿਬ ਦੇ ਕਰੀਬੀ, ਔਰ ਗੁਰਦਾਸ ਮਾਨ ਸਾਹਿਬ ਤੇ ਉਹ ਇਕੱਠੇ ਸਿਹਤਯਾਬੀ ਦੇ ਵਿੱਚ ਕੋਚਿੰਗ ਦਿੱਤੀ ਹੈ ਉਹਨਾਂ ਨੇ ਜੀ। ਔਰ ਐਵੇਂ ਨਹੀਂ ਉਹਨਾਂ ਨੇ ਲਿਖਿਆ ਸੀ ਕਿ ਕੋਲੋਂ ਜਾਂਦੀ ਨਹਿਰ ਦਾ ਕਿਨਾਰਾ ਯਾਦ ਆਉਂਦਾ ਏ, ਨਿੱਕੇ ਨਿੱਕੇ ਹੁੰਦੇ ਮੌਜਾਂ ਰੱਜ ਰੱਜ ਮਾਣੀਆਂ, ਦਾਦੇ ਅਤੇ ਦਾਦੀ ਕੋਲੋਂ ਸੁਣੀਆਂ ਕਹਾਣੀਆਂ, ਵਾਹ। ਕੋਲੋਂ ਜਾਂਦੀ ਨਹਿਰ ਦਾ ਕਿਨਾਰਾ ਯਾਦ ਆਉਂਦਾ ਏ, ਮੈਨੂੰ ਮੇਰੇ ਪਿੰਡ ਦਾ ਨਜ਼ਾਰਾ ਯਾਦ ਆਉਂਦਾ। ਤੁਸੀਂ ਗਿੱਲ ਸੁਰਜੀਤ ਦੇ ਕਾਫੀ ਗਾਣੇ ਗਾਏ, ਬਹੁਤ ਗਾਏ। ਉਹਨਾਂ ਦੇ ਨੇੜੇ ਰਹੇ। ਮੈਂ ਨਾ ਅੰਗਰੇਜ਼ੀ ਜਾਣਦੀ ਮੁੰਡਾ ਹੈਲੋ ਹੈਲੋ ਕਰਨੀ ਮੈਂ ਗਿਆ। ਚਾਹਾਂਗਾ ਕਿ ਉਹਨਾਂ ਲਈ ਸੱਚੀ ਸ਼ਰਧਾਂਜਲੀ ਹੋਊਗੀ ਜੇ ਕੋਈ ਉਹਨਾਂ ਦਾ ਗੀਤ ਕੋਈ ਸਥਾਈ ਅੰਤਰਾ ਕੋਈ ਸੁਣਾ ਦੋ। ਤੇ ਇੱਕ ਸਮੇਂ ਨੂੰ ਬੜਾ ਅੱਛਾ ਲਿਖਦੇ ਸੀ ਕਿ ਘਰ ਵਾਲੀ ਮਾਲਕ ਨੂੰ ਘੂਰੇ ਕਰਦਾ ਮੇਰੇ ਸ਼ੌਕ ਨਾ ਪੂਰੇ, ਹਰ ਵੇਲੇ ਉਹ ਰਹੇ ਡਰਾਉਂਦੀ, ਬਿਨਾਂ ਗੱਲ ਤੋਂ ਮੂੰਹ ਫਲਾਉਂਦੀ, ਲੋਕਾਂ ਦੀ ਬਦਨਾਮੀਓਂ ਡਰਦਾ, ਸਹਿੰਦਾ ਜਾਵੇ ਮਾਰੋ ਲੋਕੋ, ਕੀ ਕਰਨਾ ਇਸ ਦੁਨੀਆ ਦੇ ਵਿੱਚ ਬੇਕਦਰਾਂ ਨਾਲ ਪਿਆਰੋ ਲੋਕੋ। ਜੀ ਉਹਨਾਂ ਨੇ ਸ਼ਰਾਬ ਤੇ ਵੀ ਲਿਖਿਆ, ਟੁੱਟੇ ਹੋਏ ਦਿਲਾਂ ਦੇ ਇਹ ਫੈਸਲੇ ਕਰਾਉਂਦੀ ਏ, ਟੁੱਟੇ ਹੋਏ ਦਿਲਾਂ ਦੇ ਇਹ ਫੈਸਲੇ ਕਰਾਉਂਦੀ ਏ, ਦਿਲਾਂ ਨੂੰ ਮਿਲਾ ਕੇ ਆਪ ਮਾੜਾ ਅਖਵਾਉਂਦੀ ਏ, ਜਦੋਂ ਕਿ ਇਹ ਟੁੱਟਿਆਂ ਦਿਲਾਂ ਦਾ ਦਵਾਖਾਨਾ ਏ, ਪੀਂਦੇ ਨੇ ਸ਼ਰਾਬ ਮਾੜਾ ਆਖਦਾ ਜ਼ਮਾਨਾ ਏ। ਸੋ ਸ਼ਰਾਬ ਤੇ ਵੀ ਲਿਖਿਆ, ਲੇਕਿਨ ਕੋਈ ਮੈਸੇਜ ਹੈ। ਬਾਈ ਜਿੰਦਾ ਜੀ, ਅੱਜ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਜਿੱਥੇ ਗੀਤਕਾਰਾਂ ਬਾਰੇ, ਸੰਗੀਤਕਾਰਾਂ ਬਾਰੇ ਜਾਂ ਹੋਰ ਜਿਹੜੇ ਕਲਚਰ ਨਾਲ ਜੁੜੇ ਆ ਉਹਨਾਂ ਬਾਰੇ ਗੱਲ ਕੀਤੀ। ਇੱਕ ਕਲਚਰ ਨੂੰ ਪ੍ਰਮੋਟ ਕਰਨ ਵਾਲੀ ਸ਼ਖਸੀਅਤ ਹੈ ਜਿਹੜੇ ਹੁਣ ਸਾਡੇ ਵਿੱਚ ਨਹੀਂ ਰਹੇ, ਸਰਦਾਰ ਜਗਦੇਵ ਸਿੰਘ ਜੱਸੋਵਾਲ ਸਾਹਿਬ, ਜਿਨ੍ਹਾਂ ਨੇ ਮੋਹਨ ਸਿੰਘ ਮੇਲਾ ਲਵਾ ਕੇ ਤੇ ਪਤਾ ਨਹੀਂ ਕਿੰਨੇ ਕਲਾਕਾਰ, ਹਜ਼ਾਰਾਂ ਦੀ ਗਿਣਤੀ 'ਚ ਜਿਹੜੇ ਕਲਾਕਾਰ ਆ ਉਹਨਾਂ ਦੇ ਤਿਆਰ ਕੀਤੇ ਹੋਏ ਆ। ਉਹਨਾਂ ਨੂੰ ਮੇਰਾ ਖਿਆਲ ਨਹੀਂ ਭੁੱਲਣਾ ਚਾਹੀਦਾ ਕਦੇ ਵੀ। ਤੇ ਜੋ ਉਹਨਾਂ ਦੀ ਆਪਾਂ ਕਿਵੇਂ ਭੁੱਲ ਸਕਦੇ ਹਾਂ? ਆਪਾਂ ਇਸ ਟਾਕ ਦੇ ਵਿੱਚ, ਇੰਟਰਵਿਊ 'ਚ ਇਹ ਗੱਲ ਪਹਿਲਾਂ ਕੀਤੀ ਵੀ ਉਹ ਕਹਿੰਦੇ ਆਪਾਂ ਚਰਾਗਾ ਕਰਨ ਜਾਣਾ। ਜੀ ਜੀ ਜੀ। ਉਹਨਾਂ ਦੀ ਯਾਦਗਾਰ ਕੋਈ ਕਿਸੇ ਨੇ ਸੋਚਿਆ ਬਣਾਉਣ ਬਾਰੇ, ਜਾਂ ਕੋਈ ਹਾਲੇ ਤੱਕ ਕੋਈ ਗੱਲ ਸ਼ੁਰੂ ਹੋਈ ਹੈ ਕਿਤੇ? ਹੁਣ ਇੱਕ ਗੱਲ ਤਾਂ ਚੱਲ ਰਹੀ ਹੈ ਕਿ ਉਹਨਾਂ ਦਾ ਸਟੈਚੂ ਵੀ ਜਲਦੀ ਬਣੇਗਾ ਜੀ। ਸੋ ਆਪਾਂ ਸਾਰਿਆਂ ਨੇ ਰਲ ਮਿਲ ਕੇ ਅਸੀਂ ਚਾਹੁੰਦੇ ਹਾਂ ਵੀ ਜਿੱਥੇ ਇਹ ਪ੍ਰੋਫੈਸਰ ਮੋਹਨ ਸਿੰਘ ਔਰ ਉਸਤਾਦ ਲਾਲ ਚੰਦ ਯਮਲਾ ਜੱਟ ਜੀ ਔਰ ਉਸਤਾਦ ਜਸਵੰਤ ਸਿੰਘ ਪੌਰਾ ਕੋਲ ਇੱਕ ਖੂਬਸੂਰਤ ਜਿਹਾ ਸਟੈਚੂ ਇਹਨਾਂ ਦਾ ਵੀ ਬਣਨਾ ਚਾਹੀਦਾ। ਮੈਂ ਇੱਕ ਮੇਰੇ ਆਪਣੇ ਵੱਲੋਂ ਇੱਕ ਗੱਲ ਅੱਜ ਸ਼ੇਅਰ ਕਰਨਾ ਚਾਹੁੰਦਾ ਤੁਹਾਡੇ ਨਾਲ। ਜੱਸੋਵਾਲ ਦੇ ਸਾਹਿਬ ਦੇ ਸਟੈਚੂ ਤੇ ਜਿੰਨਾ ਵੀ ਖਰਚਾ ਹੋਊਗਾ ਉਹ ਅਦਾਰਾ ਪੰਜਾਬ ਮੇਲ ਟੀਵੀ ਵੱਲੋਂ ਕੀਤਾ ਜਾਊਗਾ। ਓ ਵੈਰੀ ਗੁੱਡ। ਲਓ ਜੀ, ਅੱਗੇ ਲੱਗੋ, ਅਸੀਂ ਤੁਹਾਡੇ ਨਾਲ ਹੈ। ਬਸ ਤੁਸੀਂ ਅੱਜ ਅਨਾਉਂਸ ਕਰਤਾ, ਇਹ ਤੁਹਾਡਾ ਮੈਸੇਜ ਕੁੱਲ ਦੁਨੀਆ 'ਚ ਚਲੇ ਗਿਆ। ਸੋ ਇਹ ਵੀ ਤੁਸੀਂ ਵੱਡੀ ਗੱਲ ਕਰਤੀ ਅੱਜ ਕਿ ਦੁਨੀਆ ਦੇ ਵਿੱਚ ਜੇ ਕਿਸੇ ਨੇ ਤੁਹਾਨੂੰ ਤੁਹਾਡੇ ਲਈ ਚੰਗਾ ਕੀਤਾ, ਤੁਸੀਂ ਉਹਨਾਂ ਲਈ ਹੋਰ ਚੰਗਾ ਸੋਚਦੇ। ਸੋ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ, ਕਿਉਂਕਿ ਉਹ ਸੰਗੀਤ ਦਾ ਐਸਾ ਚੰਦਾ ਬਾਈ ਜੀ ਸਾਡਾ ਫਰਜ਼ ਸਮੁੰਦਰ ਸੀ, ਠਾਠਾ ਮਾਰਦਾ ਸਮੁੰਦਰ, ਪਤਾ ਨਹੀਂ ਕਿੰਨਿਆਂ ਦੇ ਭਲੇ ਕਰਤੇ, ਜੋ ਦਰ ਪੇ ਆ ਗਿਆ ਉਹ ਖਾਲੀ ਨਹੀਂ ਗਿਆ। ਜਿਹੜੀ ਸ਼ਖਸੀਅਤ ਨੇ ਜਾਂ ਜਿਹੜੇ ਸ਼ਖਸ ਨੇ ਜੱਸੋਵਾਲ ਸਾਹਿਬ ਦਾ ਨਿੱਘ ਮਾਣਿਆ ਨਾ, ਉਹਨੂੰ ਪਤਾ ਵੀ ਉਹ ਜੱਸੋਵਾਲ ਸਾਹਿਬ ਕੀ ਸੀ। ਬਹੁਤ ਵੱਡੇ ਇੱਕ ਬੁੱਧੀਜੀਵੀ ਸੀ ਜਿਨ੍ਹਾਂ ਦਾ ਕੋਈ ਮੇਰੇ ਹਿਸਾਬ ਨਾਲ ਕੋਈ ਮੁਕਾਬਲਾ ਨਹੀਂ ਹੈਗਾ। ਉਹ ਇਕੱਲੇ ਸੱਭਿਆਚਾਰ ਨੂੰ ਪਿਆਰ ਨਹੀਂ ਸੀ ਕਰਦੇ, ਉਹ ਹਰ ਚੀਜ਼ ਨੂੰ ਪਿਆਰ ਕਰਦੇ ਸੀ। ਉਹਨਾਂ ਦੀ ਜਿਹੜਾ ਇੱਕ ਵੱਖਰੀ ਸ਼ਖਸੀਅਤ ਸੀ, ਉਹ ਪੰਜਾਬੀ ਜ਼ੁਬਾਨ ਨੂੰ ਬਹੁਤ ਜ਼ਿਆਦਾ ਉਹਨਾਂ ਦੀ ਪ੍ਰਮੋਟ ਕਰਨ 'ਚ ਬੜੀ ਦੇਣ ਆ ਉਹਨਾਂ ਦੀ। ਅਤੇ ਕਿਉਂਕਿ ਸਾਹਿਤ ਅਕੈਡਮੀ ਨਾਲ ਬੜੇ ਵਧੀਆ ਤਰੀਕੇ ਨਾਲ ਜੁੜੇ ਹੋਏ ਸੀ, ਪੰਜਾਬੀ ਸਾਹਿਤ ਅਕੈਡਮੀ ਨਾਲ ਵੀ, ਅਤੇ ਗਾਇਕੀ ਨਾਲ ਸੀ, ਸੱਭਿਆਚਾਰ ਨਾਲ ਸੀ। ਉਹਨਾਂ ਨੂੰ ਬਹੁਤ ਜ਼ਿਆਦਾ ਨੌਲੇਜ ਜਿਹੜੀ ਸੀਗੀ ਉਹ ਪੰਜਾਬੀ ਸੱਭਿਆਚਾਰ ਬਾਰੇ ਹੈਗੀ ਸੀ। ਹਾਂਜੀ। ਉਹਨਾਂ ਦਾ ਕੋਈ ਮਤਲਬ ਆਪਾਂ ਕਹਿ ਨਹੀਂ ਸਕਦੇ ਵੀ ਕੋਈ। ਜੱਸੋਵਾਲ ਸਾਹਿਬ ਤਾਂ ਐਸੀਆਂ ਰੂਹਾਂ ਕਦੇ ਸਰੀਰਕ ਤੌਰ ਤੇ ਚਲੇ ਜਾਂਦੀਆਂ ਨੇ, ਤੁਰ ਜਾਂਦਾ ਜਗ ਤੋਂ ਬੰਦਾ, ਯਾਦਾਂ ਰਹਿ ਜਾਂਦੀਆਂ ਨੇ, ਉਹ ਯਾਦਾਂ ਹੀ ਰਹਿ ਜਾਣੀਆਂ। ਤੇ ਦੂਸਰੀ ਗੱਲ, ਇੱਕ ਚੀਜ਼ ਛੋਟੀ ਜੀ, ਆਪਾਂ ਇਹ ਆਪਣੇ ਇੱਧਰਲੇ ਪੰਜਾਬ ਦੇ ਪੰਜਾਬੀ ਪ੍ਰਾਚੀਨ ਗਾਇਕੀ ਦੇ ਸ਼ਾਹਸਵਾਰ ਤੇ 3 ਸ਼ਾਹਸਵਾਰ ਵੱਡੇ ਜੀ ਤੇ ਪਾਕਿਸਤਾਨ ਦੇ
ਸੋ ਉਹਨਾਂ ਨੂੰ ਵੀ ਟ੍ਰਿਬਿਊਟ ਹੈ ਕਿ ਜੇ ਉਹਨਾਂ ਦਾ ਨਾਂ ਨਾ ਲਿਆ ਤੇ ਫਿਰ ਉਹ ਮੇਰਾ ਖਿਆਲ ਹੈ ਕਿ ਇਹ ਫੋਕ ਦੀ ਬੇਕਦਰੀ ਹੈ। ਇੰਟਰਵਿਊ ਅਧੂਰੀ ਰਾਜੂ। ਕਿ ਜਿਹਨੇ ਜੇ ਚਿਮਟਾ ਹੀ ਫੜ ਲਿਆ ਤੇ ਫਕੀਰੀ ਦਿਖਾਤੀ, ਕੀ ਬਾਤ। ਤੇ ਜੇ ਚਿਮਟਾ ਫੜ ਕੇ ਹੇਕ ਲਾਤੀ, ਜੇ ਮਿਰਜ਼ਾ ਗਾ ਤੇ ਸਾਹਮਣੇ ਮਿਰਜ਼ਾ ਹੀ ਖੜਾ ਕਰਤਾ, ਜੇ ਸੋਹਣੀ ਮਹੀਵਾਲ ਗਾਇਆ ਤੇ ਸੋਹਣੀ ਮਹੀਵਾਲ ਦਿਖਾਤੇ। ਟ੍ਰਿਬਿਊਟ ਉਸਤਾਦ ਆਲਮ ਲੋਹਾਰ ਸਾਹਿਬ, ਵਾਹ ਆਲਮੀ ਗਵਈਏ। ਬਿਲਕੁਲ। ਤੇ ਇੱਕ ਸੀਗੇ ਅਨਾਇਤ ਸੈਨ ਪੱਟੀ ਸਾਹਿਬ, ਫਿਲਮਾਂ ਦਾ ਉਹ ਗਾਇਕ ਬੜਾ ਸੁਰੀਲਾ ਜੀ, ਉਹਨਾਂ ਨੂੰ ਵੀ ਟ੍ਰਿਬਿਊਟ ਹੈ। ਸੋ ਤੁਫੈਲ ਨਿਆਜ਼ੀ ਸਾਹਿਬ, ਵਾਹ ਕੀ ਬਾਤ, क्या बात, ऐसे ऐसे सिंगर। सो एक ਵਿੱਚ ਵੱਢ ਰਹੀ ਹੈ ਜੀ, ਗਾਇਕੀ ਵੀ ਉਦਾਂ ਹੀ ਹੈ। ਸੋ ਮੈਂ ਇੱਕ ਦਿਨ YouTube ਤੇ ਦੇਖ ਰਿਹਾ ਸੀ, ਉਹਨਾਂ ਦੇ ਵੀ ਖਾੜੇ ਆਪਣੇ ਵਾਂਗੂ ਹੀ ਲੱਗਦੇ। ਸਿੰਗਰ ਗਾ ਰਿਹਾ ਉੱਚੀ ਜਗ੍ਹਾ ਤੇ ਖੜਾ ਥੜੇ ਤੇ ਬਾਕੀ ਸਰੋਤੇ ਥੱਲੇ ਸੁਣ ਰਿਹਾ। ਐਦਾਂ ਹੀ ਆਪਣੇ ਮੈਂ ਇੱਕ ਦਿਨ ਯਮਲਾ ਜੀ ਨੂੰ ਸੁਣ ਰਿਹਾ ਸੀ, ਯਮਲਾ ਜੀ ਗਾ ਰਹੇ ਨੇ ਤੇ ਲੋਕ ਉਹਨਾਂ ਨੂੰ ਰੁਪਈਏ 2-2 ਰੁਪਈਏ ਦੇ ਰਹੇ ਨੇ ਤੇ ਉਹ ਕਹਿ ਰਹੇ ਨੇ ਇੱਕ ਤੇਰਾ ਲੱਖ ਵਰਗਾ, ਦੂਜਾ ਮੋੜ ਕੇ ਜੇਬ ਵਿੱਚ ਪਾ ਲੈ। ਤੇ ਆਲਮ ਲੋਹਾਰ ਸਾਹਿਬ, ਇਹ ਰੱਜੀ ਨੀਤ ਹੈ ਜੀ। ਸੋ ਉਹ ਵੀ ਅਸੀਂ ਉਹਨਾਂ ਤੋਂ ਵੀ ਬੜਾ ਕੁਝ ਸਿੱਖਿਆ, ਕਿਉਂਕਿ ਜੇ ਤੁਸੀਂ ਵੱਡੇ ਬਣਨਾ, ਤੁਹਾਡੇ ਸਿਖਾਉਣ ਵਾਲੇ ਵੀ ਵੱਡੇ ਚਾਹੀਦੇ ਆ, ਤੁਹਾਡੇ ਟੀਚਰ ਵੱਡੇ ਚਾਹੀਦੇ ਆ। ਸੋ ਮੈਂ ਇਸ ਗੱਲ ਵਾਸਤੇ ਉਹਨਾਂ ਦੇ ਬੇਟੇ ਆਰਫ ਲੋਹਾਰ ਸਾਹਿਬ, ਸੋ ਇੱਕ ਗੀਤ ਦੇਖਦੇ ਆ, ਬਾਕੀ ਤਾਂ ਮਾਲਕ ਨੇ ਕਰਨਾ। ਗੁਰਭਜਨ ਗਿੱਲ ਸਾਹਿਬ ਲਿਖ ਰਹੇ ਨੇ ਭੰਗੜਾ ਸਿਆਲਕੋਟ ਦਾ, ਸੋ ਉਹਦੇ ਬਾਰੇ ਗਿੱਲ ਸਾਹਿਬ ਦੀ ਸੋਚ ਹੈ ਕਿ ਇਹਨੂੰ ਆਰਫ ਲੋਹਾਰ ਤੇ ਸੁਰਿੰਦਰ ਛਿੰਦਾ ਗਾਉਣਗੇ। ਸੋ ਅਸੀਂ ਦੁਆ ਕਰਦੇ ਹਾਂ ਕਿ ਇੱਕ ਵੱਡੇ ਇਹ ਗੀਤ ਨਹੀਂ, ਇੱਕ ਸ਼ਾਹਕਾਰ ਪੇਸ਼ ਕਰਾਂਗੇ। ਜੀ ਜੀ। ਸੋ ਮੈਂ ਆਲਮ ਲੋਹਾਰ ਸਾਹਿਬ ਕਰਕੇ, ਉਹ ਮੈਨੂੰ ਕਬਾਨਾ ਕਲੱਬ 'ਚ ਵੀ ਮਿਲੇ ਸੀ। ਸੋ ਐਡਾ ਸਿੰਗਰ, ਯਾਨੀ ਬੋਰਡ ਦੀ ਜਗ੍ਹਾ ਬੋਰਡ ਲੱਗ ਗਿਆ ਆਲਮ ਲੋਹਾਰ ਸਾਹਿਬ ਦੀ ਜਗ੍ਹਾ ਤੇ ਆਰਫ ਲੋਹਾਰ, ਦੁਨੀਆ ਦੇ ਵਿੱਚ ਉਹਨਾਂ ਦਾ ਨਾਮ ਹੈ। ਸੋ ਇਹ ਸਾਡੇ ਵੱਡੇ ਇੰਡੀਆ ਦੇ ਵੱਡੇ ਜਿਹੜੇ ਸਿੰਗਰ ਆਉਂਦੇ ਨੇ, ਦ ਲੀਜੈਂਡ ਫੰਕਾਰ ਆਫ ਦ ਇੰਡੀਆ, ਇਹ ਪਾਕਿਸਤਾਨ ਦੇ ਨੇ। ਸੋ ਇੱਕੋ ਹੀ ਗੱਲ ਹੈ, ਇੱਕੋ ਹੀ ਜਮਾਤ। ਬਿਲਕੁਲ। ਇੱਕ ਮੈਂ ਇਹਦੇ ਨਾਲ ਗੱਲ ਇੱਕ ਹੋਰ ਜੋੜਨੀ ਚਾਹੁੰਦਾ। ਆਪਾਂ ਪੰਜਾਬੀ ਕਲਾਕਾਰਾਂ ਬਾਰੇ ਵੀ ਗੱਲ ਕੀਤੀ ਆ, ਜ਼ਿਆਦਾ ਉਹਨਾਂ ਦੀ ਗੱਲ ਕੀਤੀ ਹੈ, ਪਰ ਆਪਾਂ ਜੇ ਦੇਖਿਆ ਜਾਵੇ ਸਾਡੇ ਬਹੁਤ ਸਾਰੇ ਪੰਜਾਬ ਤੋਂ ਜਿਹੜੇ ਕਲਾਕਾਰ ਆ, ਅੱਜ ਹਿੰਦੀ ਫਿਲਮਾਂ ਵਿੱਚ ਬੜਾ ਨਾਂ ਆ, ਜਿਨ੍ਹਾਂ ਵਿੱਚ ਮੈਂ ਜਨਾਬ ਮੁਹੰਮਦ ਰਫੀ ਉਹਨਾਂ ਦਾ ਨਾਂ ਲੈਣਾ ਬਹੁਤ ਜ਼ਰੂਰੀ ਸਮਝਦਾ ਅੱਜ ਦੇ ਪ੍ਰੋਗਰਾਮ ਵਿੱਚ। ਮਹਿੰਦਰ ਕਪੂਰ ਜੀ ਜਿਹੜੇ ਆ ਉਹ ਪੰਜਾਬ ਤੋਂ ਗਏ ਆ, ਤੇ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਸਿੰਗਰ ਜਿਹੜੇ ਜੀ, ਨਰਿੰਦਰ ਬੀਬਾ ਜੀ ਨੇ ਵੀ ਹਿੰਦੀ ਫਿਲਮਾਂ 'ਚ ਵੀ ਗਾਇਆ, ਸੁਰਿੰਦਰ ਕੌਰ ਜੀ ਨੇ ਵੀ ਗਾਇਆ। ਆਪਾਂ ਇੱਕ ਗੱਲ ਹੋਰ ਆ ਵੀ ਜ਼ਿਆਦਾ ਅੱਜ ਮੇਲ ਸਿੰਗਰਾਂ ਦੀ ਨਹੀਂ ਗੱਲ ਕੀਤੀ, ਫੀਮੇਲ ਸਿੰਗਰ ਰਹਿ ਗਏ ਅੱਜ, ਜ਼ਿਆਦਾ ਨਹੀਂ ਗੱਲ ਕੀਤੀ। ਉਹ ਫੀਮੇਲ ਸਿੰਗਰ ਬਾਰੇ ਆਪਾਂ ਇੱਕ ਸਪੈਸ਼ਲ ਟ੍ਰਿਬਿਊਟ ਕਰਾਂਗੇ। ਸੁਰਿੰਦਰ ਕੌਰ ਜੀ, ਪ੍ਰਕਾਸ਼ ਕੌਰ, ਆਸਾ ਸਿੰਘ ਮਸਤਾਨਾ ਜੀ ਨਾਲ। ਹਾਂ, ਇਹਨਾਂ ਦਾ ਇਹ ਵੀ ਕਿਤੇ ਲੋਕ ਭੁੱਲਣੇ ਨੇ ਜਿਨ੍ਹਾਂ ਨੇ ਐਸਾ ਗਾਤਾ। ਹੀਰ ਵਾਰਿਸ ਸ਼ਾਹ ਵੱਜਦੀ ਹੁੰਦੀ ਸੀ, ਹੈ ਜੀ, ਭਾਖੜੇ ਤੋਂ ਆਉਂਦੀ ਮੁਟਿਆਰ ਨੱਚਦੀ, ਤੇ ਜਦੋਂ ਮੇਰੀ ਅਰਥੀ ਉਠਾ ਕੇ ਚੱਲਣਗੇ, ਆਸਾ ਸਿੰਘ ਮਸਤਾਨਾ। ਸੁਰਿੰਦਰ ਕੌਰ, ਮਹਿਰਮ ਦਿਲਾਂ ਦੇ ਮਾਹੀ, ਮੋੜੇਗਾ ਕਦ ਮੁਹਾਰਾਂ, ਹੈ ਜੀ, ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ। ਸੁਰਿੰਦਰ ਕੌਰ। ਪ੍ਰਕਾਸ਼ ਕੌਰ, ਨੱਚ ਲੈਣ ਦੇ ਨਹੀਂ ਮੈਨੂੰ ਦਿਓਰ ਦੇ ਵਿਆਹ ਦੇ ਵਿੱਚ। ਸੋ ਨਰਿੰਦਰ ਬੀਬਾ ਭੈਣ ਜੀ ਨੇ ਜੋ ਗਾਤਾ ਕਬੂਲ ਹੋਇਆ। ਪਿੰਡਾਂ ਦੇ ਬਨੇਰਿਆਂ ਤੇ ਬੀਬਾ ਭੈਣ ਜੀ ਵਰਗੀ ਜੇ ਹੇਕ ਇੱਧਰਲੇ ਪੰਜਾਬ ਤੋਂ ਲੱਗ ਰਹੀ ਹੈ ਤੇ ਲੋਕ ਪਾਕਿਸਤਾਨ 'ਚ ਨੱਚ ਰਹੇ ਨੇ। ਸੋ ਸਾਰਿਆਂ ਨੂੰ ਆਪਾਂ ਟ੍ਰਿਬਿਊਟ ਕਰਦੇ ਹਾਂ। ਜਗਮੋਹਨ ਕੌਰ ਹੋਰ ਵੀ ਹੈਗੇ ਸੀ ਉਹਨਾਂ ਦੇ। ਵਾਹ ਵਾਹ। ਦੇਖੋ ਮੇਰੇ ਤੋਂ ਬਾਅਦ ਤਾਂ ਤੁਹਾਨੂੰ ਵੀ ਪਤਾ ਹੀ ਹੈ, ਜਗਮੋਹਨ ਕੌਰ ਜੀ ਦੁਨੀਆ ਨੂੰ ਪਤਾ, ਐਸੀ ਸਿੰਗਰ ਔਰ ਧੜੱਲੇਦਾਰ ਗਾਇਕੀ, ਤੇ ਜਿਹੜੀ ਥਾਪੀ ਮਾਰ ਕੇ ਗਾਉਣਾ। ਸੋ ਵੱਡੀ ਸਿੰਗਰ ਹੋਏ। ਸਾਹਿਬ ਕਹਿੰਦੇ ਹੁੰਦੇ ਸੀ ਇਹ ਜਸਵਾਲ ਸਾਹਿਬ ਤਾਂ ਤੁਹਾਨੂੰ ਪਤਾ ਵੀ ਆਪਣੇ, ਹਾਂਜੀ ਹਾਂਜੀ, ਉਹਨਾਂ ਨੂੰ ਬੜੀ ਪਛਾਣ ਸੀਗੀ ਇਸ ਗਾਇਕੀ ਦੇ ਪਿੰਡ ਦੇ। ਉਹ ਦਰੋਣਾਚਾਰੀਏ ਸੀਗੇ, ਦਰੋਣਾਚਾਰੀਏ। ਸੋ ਮੈਂ ਉਹਨਾਂ ਨੂੰ ਪ੍ਰਣਾਮ ਕਰਦਾ। ਸੋ ਮੇਰਾ ਖਿਆਲ ਹੈ ਤੁਸੀਂ ਅੱਜ ਅਸੀਂ ਇਸ ਸ਼ੋਅ 'ਚ ਜੋ ਮੇਰੀ ਤੇ ਰੰਧਾਵਾ ਸਾਹਿਬ ਦੀ ਗੱਲ ਸੀ ਵੀ ਆਪਾਂ ਆਪਣੀਆਂ ਗੱਲਾਂ ਨਹੀਂ ਕਰਨੀਆਂ ਜੀ, ਜਿਹੜੇ ਪੰਜਾਬੀ ਫੋਕ ਦੇ, ਪ੍ਰਾਚੀਨ ਫੋਕ ਦੇ ਸ਼ਾਹਸਵਾਰ ਹੈ, ਉਹਨਾਂ ਨੂੰ ਟ੍ਰਿਬਿਊਟ ਕੀਤਾ। ਔਰ ਜੇ ਤੁਹਾਨੂੰ ਚੰਗਾ ਲੱਗੂਗਾ,
ਸੋ ਤੁਸੀਂ ਉਹਦੇ ਵੀ ਕਮੈਂਟਸ ਕਰਿਓ। ਅੱਜ ਜਿਹੜਾ ਇਹ ਸਪੈਸ਼ਲ ਪ੍ਰੋਗਰਾਮ ਉਸਤਾਦ ਗਾਇਕ ਸੁਰਿੰਦਰ ਸ਼ਿੰਦਾ ਹੋਰਾਂ ਨਾਲ ਅਸੀਂ ਕੀਤਾ, ਤੇ ਅਸੀਂ ਪਹਿਲਾਂ ਹੀ ਗੱਲ ਕੀਤੀ ਸੀ ਵੀ ਮੈਂ ਘੱਟ ਬੋਲੂੰਗਾ ਕਿਉਂਕਿ ਇਹਨਾਂ ਦੀ ਜਿਹੜੀ ਨੌਲੇਜ ਆ, ਇਹਨਾਂ ਦਾ ਫੀਲਡ ਆ, ਇਹਨਾਂ ਦਾ ਖੇਤਰ ਆ, ਉਹ ਪੰਜਾਬੀ ਗਾਇਕੀ ਦਾ ਇੱਕ ਵਿਸ਼ਾਲ ਖੇਤਰ ਆ। ਉਹਦੇ ਵਿੱਚ ਅਸੀਂ ਤੇ ਬਹੁਤ ਥੱਲੇ ਲੈਵਲ ਦੇ ਹੋ ਜਾਂਦੇ ਆ, ਤੇ ਇਹਨਾਂ ਦਾ ਤਜਰਬਾ ਅੱਜ ਦੇ ਇਸ ਇੰਟਰਵਿਊ ਵਿੱਚ ਅਸੀਂ ਉਹਨਾਂ ਦੇ ਜਾਣਨ ਦੀ ਕੋਸ਼ਿਸ਼ ਕੀਤੀ ਆ, ਤੇ ਇਸੇ ਕਰਕੇ ਇਹਨਾਂ ਨੂੰ ਅੱਜ ਬੋਲਣ ਦਾ ਜ਼ਿਆਦਾ ਮੌਕਾ ਦਿੱਤਾ। ਤੇ ਇਹ ਜਿਹੜਾ ਪੰਜਾਬੀ ਗਾਇਕੀ ਦਾ ਖੇਤਰ ਆ, ਇਹ ਨਹੀਂ ਹੈਗਾ ਵੀ ਤੁਸੀਂ 1 ਘੰਟੇ ਦੇ ਪ੍ਰੋਗਰਾਮ ਵਿੱਚ ਇਹਨੂੰ ਪੂਰਾ ਸੰਪੂਰਨ ਕਰ ਲਓਗੇ। ਇਹ ਬਹੁਤ ਵਿਸ਼ਾਲ ਇਹਦਾ ਖੇਤਰ ਆ, ਤੇ ਇਹਦੇ ਲਈ ਤਾਂ ਕਈ ਦਿਨ ਕਈ ਮਹੀਨੇ ਵੀ ਜੇ ਗੱਲਾਂ ਬਾਤਾਂ ਕਰਦੇ ਰਹੀਏ ਉਹ ਥੋੜ੍ਹੀਆਂ। ਤੇ ਜਿੰਨਾ ਕੁ ਹੋ ਸਕਿਆ, ਬਹੁਤ ਸਾਰੇ ਹੋਰ ਵੀ ਗਾਇਕ ਹੈਗੇ ਸੀ, ਬਹੁਤ ਸਾਰੇ ਹੋਰ ਵੀ ਸੰਗੀਤਕਾਰ ਸੀਗੇ, ਬਹੁਤ ਸਾਰੇ ਹੋਰ ਵੀ ਗੀਤਕਾਰ ਸੀ ਜਾਂ ਜਿਨ੍ਹਾਂ ਨੇ ਸੱਭਿਆਚਾਰ ਨੂੰ ਸਾਂਭਿਆ ਸੀ, ਹੋਰ ਵੀ ਬਹੁਤ ਸਾਰੇ ਆ ਇਸ ਖੇਤਰ ਵਿੱਚ। ਤੇ ਇਹ ਇੱਕ ਸੀਮਤ ਸਮੇਂ ਵਿੱਚ ਇਹ ਸਾਰੀਆਂ ਗੱਲਾਂ ਬਾਤਾਂ ਕਰਨੀਆਂ ਕੋਈ ਸੌਖਾ ਕੰਮ ਨਹੀਂ ਸੀ। ਅਸੀਂ ਕੋਸ਼ਿਸ਼ ਕੀਤੀ ਆ ਕਿ ਪੁਰਾਣੀਆਂ ਯਾਦਾਂ ਜਿਹੜੀਆਂ ਤਾਜ਼ੀਆਂ ਕਰਨ ਲਈ ਜਨਾਬ ਸੁਰਿੰਦਰ ਸ਼ਿੰਦਾ ਜੀ ਨੂੰ ਅਸੀਂ ਅੱਜ ਵਿਸ਼ੇਸ਼ ਤੌਰ 'ਤੇ ਸਟੂਡੀਓ ਵਿੱਚ ਸੱਦਿਆ ਸੀ, ਤੇ ਪੰਜਾਬ ਮੇਲ ਦੇ ਦਰਸ਼ਕਾਂ ਨੂੰ ਉਮੀਦ ਆ ਕਿ ਇਹ ਜ਼ਰੂਰ ਪ੍ਰੋਗਰਾਮ ਪਸੰਦ ਆਇਆ ਹੋਵੇਗਾ। ਅਖੀਰ ਵਿੱਚ ਇੱਕ ਵਾਰੀ ਇਹ ਵੀ ਕਹਿ ਦਿੰਦੇ ਹਾਂ ਅਸੀਂ ਕਿ ਸਾਡਾ ਜਿਹੜਾ TV ਦੇ ਨਾਲ ਨਾਲ YouTube ਚੈਨਲ ਵੀ ਆ, ਉਹਨੂੰ ਵੀ ਤੁਸੀਂ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਤੁਹਾਨੂੰ ਕੋਈ ਨਾ ਕੋਈ ਹੋਰ ਨਵੇਂ ਪ੍ਰੋਗਰਾਮ, ਨਵੇਂ ਅਪਡੇਟਸ ਤੁਹਾਨੂੰ ਮਿਲਦੇ ਰਹਿਣ। ਤੇ ਅਸੀਂ ਧੰਨਵਾਦੀ ਹਾਂ ਜੀ, ਤੁਸੀਂ ਬਹੁਤ ਕੀਮਤੀ ਟਾਈਮ ਕੱਢਿਆ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ ਰੰਧਾਵਾ ਸਾਹਿਬ, ਬਹੁਤ ਸ਼ੁਕਰਗੁਜ਼ਾਰ ਹਾਂ। ਪੰਜਾਬ ਮੇਲ USA TV ਅੱਜ ਜੇ ਚਰਚਾ ਦਾ ਵਿਸ਼ਾ ਉਹ ਆਪ ਸਭ ਦੀ ਕਿਰਪਾ ਦੇ ਨਾਲ ਹੈ। ਥੈਂਕ ਯੂ ਵੈਰੀ ਮਚ, ਸੈਲੂਟ। ਥੈਂਕ ਯੂ।